हाँ जी, वाहिगुरू जी का खालसा वाहिगुरू जी की फतेह। ਅੱਜ ਦੀ ਗੁਰਮਤਿ ਐਜੂਕੇਸ਼ਨ ਮਿਸ਼ਨ ਔਰ ਸਿੱਖ ਮਿਸ਼ਨਰੀ ਕਾਲਜ ਦੀ ਸਾਂਝੀ ਚੱਲ ਰਹੀ ਕਲਾਸ ਦੇ ਅੰਦਰ ਅਸੀਂ ਹਰ ਸ਼ਨੀਚਰਵਾਰ ਦੀ ਤਰ੍ਹਾਂ ਉਹ ਇੰਪੋਰਟੈਂਟ ਕੁਐਸਚਨ ਨੂੰ ਡੀਲ ਕਰਦੇ ਹਾਂ ਜਿਨ੍ਹਾਂ ਬਾਰੇ ਸਾਰੇ ਹੀ ਸਿੱਖ ਜਿਹੜੇ ਹਨ ਉਹ ਆਪਣੇ ਮਨਾਂ ਦੇ ਵਿੱਚ ਡੂੰਘੀ ਜਿਹੜੀਆਂ ਭਾਵਨਾਵਾਂ ਰੱਖਦੇ ਹਨ। ਅਸੀਂ ਦੇਖਿਆ ਹੈ ਕਿ ਪੰਜਾਬ ਦੇ ਅੰਦਰ ਪਿਛਲੇ ਕਾਫੀ ਸਮੇਂ ਤੋਂ ਈਸਾਈ ਮਤ ਵਾਲੇ ਜਿਹੜੇ ਹਨ ਉਹ ਆਪਣੇ ਫੇਥ ਹੀਲਿੰਗ ਦੇ ਕਿ ਉਹਨਾਂ ਦੇ ਦੁੱਖ ਦਰਦ ਨੂੰ ਦੂਰ ਕਰਨ ਵਾਸਤੇ ਉਹਨਾਂ ਨੂੰ ਹੋਰ ਇਮਤਿਹਾਨਾਂ ਵਿੱਚ ਅੱਛੇ ਨੰਬਰ ਦਿਵਾਉਣੇ, ਉਹਨਾਂ ਦੇ ਮੁਕੱਦਮੇ ਪਾਸ ਕਰਵਾਉਣੇ, ਇਹੋ ਜਿਹੀਆਂ ਅਨੇਕਾਂ ਦਵਾਈ ਦਾਰੂ ਵੰਡ ਕੇ ਉਹਨਾਂ ਨੇ ਉਹਨਾਂ ਨੂੰ ਪ੍ਰਲੋਭਨ ਦਿੱਤਾ ਹੈ, ਉਹਨਾਂ ਨੂੰ ਲਾਲਚ ਦਿੱਤਾ ਹੈ। ਤੇ ਕਿਉਂਕਿ ਉਹ ਗਰੀਬ ਪਰਿਵਾਰਾਂ ਚੋਂ ਹਨ, ਇਕਨੋਮਿਕਲੀ ਵੀਕਰ ਸੈਕਸ਼ਨਸ ਹਨ ਔਰ ਉਹ ਜਿਹੜੇ ਵੀਰ ਭੈਣ ਹਨ ਉਹ ਇਹਨਾਂ ਦੇ ਚੱਕਰ ਆ ਜਾਂਦੇ। ਆਪ ਜੀ ਜਿਹੜੀ ਫੋਟੋ ਸ਼ੇਅਰ ਹੋ ਰਹੀ ਹੈ ਸਕਰੀਨ ਦੇ ਉੱਤੇ, ਮੈਂ ਵੀਰ ਜੀ ਨੂੰ ਬੇਨਤੀ ਕਰਾਂਗਾ ਥੋੜੀ ਜਿਹੀ ਉਹਨੂੰ ਇਨਲਾਰਜ ਕਰ ਦੇਣ ਤਾਂ ਕਿ ਸਾਰੇ ਉਹਨੂੰ ਆਰਾਮ ਨਾਲ ਦੇਖ ਸਕਣ। ਕਿ ਇਹਦੇ ਵਿੱਚ ਸਿੱਖ ਬੀਬੀਆਂ ਜਿਹੜੀਆਂ ਹਨ ਉਹਨਾਂ ਨੇ ਵੀ ਆਪਣੇ ਨਾਂ ਕੌਰ ਹੀ ਰੱਖੇ ਹੋਏ ਹਨ ਔਰ ਉਸ ਤਰ੍ਹਾਂ ਹੀ ਪੋਸ਼ਾਕ ਵੀ ਜਿਹੜੀ ਹੈ ਉਹ ਪੰਜਾਬੀ ਰੱਖੀ ਹੈ ਔਰ ਜਿਨ੍ਹਾਂ ਨੂੰ ਉਹ ਫੇਥ ਹੀਲਿੰਗ ਕਰਦੇ ਹਨ ਉਹਨਾਂ ਦੇ ਮੱਥਿਆਂ ਤੇ ਹੱਥ ਰੱਖ ਕੇ ਔਰ ਉਹਨਾਂ ਨੂੰ ਕ੍ਰਿਸਚੀਅਨਟੀ ਵੱਲ ਜਿਹੜੇ ਹਨ ਪ੍ਰੇਰਦੇ ਹਨ। ਇਹ ਫੋਟੋ ਆਪ ਜੀ ਜਿਹੜੇ ਸਾਡੇ ਸਾਹਮਣੇ ਹੈ ਉਹ ਆਪ ਜੀ ਦੇਖ ਰਹੇ ਹੋ। ਤਾਂ ਆਓ ਇਸ ਨੂੰ ਅਸੀਂ ਦੇਖੀਏ ਕਿ ਉਹਨਾਂ ਨੇ ਕੀ ਤਰੀਕਾ ਅਪਣਾਇਆ ਹੈ, ਕੀ ਮੋਡਸ ਆਪਰੈਂਡੀ ਹੈ ਉਹਨਾਂ ਦੀ, ਕਿ ਉਹ ਕਿਵੇਂ ਸਭ ਕੁਝ ਕਰ ਰਹੇ ਹਨ। ਤਾਂ ਸਾਡੇ ਬੜੇ ਮਾਣਯੋਗ ਸਰਦਾਰ ਕਰਮਿੰਦਰ ਸਿੰਘ ਜੀ ਢਿੱਲੋਂ ਜਿਹੜੇ ਹਨ ਮਲੇਸ਼ੀਅਨ ਦੇ ਰਿਟਾਇਰਡ ਸਿਵਲ ਆਫੀਸਰ ਹਨ ਔਰ ਉਹਨਾਂ ਨੇ ਇਸ ਵਿਸ਼ੇ ਦੇ ਉੱਪਰ ਕਾਫੀ ਵਿਚਾਰ ਕੀਤੀ ਹੈ ਤੇ ਮੈਂ ਆਪ ਜੀ ਦੇ ਨਾਲ ਉਹਨਾਂ ਦਾ ਲੇਖ ਸਾਂਝਾ ਕਰ ਰਿਹਾ। ਉਹ ਲਿਖਦੇ ਹਨ ਕਿ ਪੰਜਾਬੀ ਵਿੱਚ ਅਨੁਵਾਦ ਹੈ ਉਹਨਾਂ ਦਾ ਲੈਕਚਰ ਇੰਗਲਿਸ਼ ਵਿੱਚ ਹੈ ਕਿ ਪੰਜਾਬ ਨੁਹਾਰ ਦੇ ਦੌਰ ਵਿੱਚੋਂ ਲੰਘ ਰਿਹਾ। ਮੈਂ ਥੋੜਾ ਐਕਸਪਲੇਨ ਵੀ ਕਰ ਦਿਆਂ। ਨੁਹਾਰ ਦਾ ਮਤਲਬ ਹੈ ਕਿ ਉਹਦੀ ਰੂਪ ਰੇਖਾ ਜਿਹੜੀ ਹੈ ਉਹ ਬਦਲੀ ਜਾ ਰਹੀ ਹੈ ਔਰ ਇਹ ਜੋ ਟ੍ਰਾਂਸਫਰ ਜਿਸ ਨੂੰ ਅੰਗਰੇਜ਼ੀ ਵਿੱਚ ਫੇਸ ਲਿਫਟ ਵੀ ਕਹਿੰਦੇ ਹਨ ਇਹ ਕਿਸੇ ਸਰਜੀਕਲ ਤਰੀਕੇ ਦੇ ਨਾਲ ਨਹੀਂ ਹੋ ਰਹੀ। ਕੋਈ ਡਾਕਟਰ ਜਾਂ ਕੋਈ ਹੋਰ ਤਰੀਕੇ ਦੇ ਨਾਲ ਕੋਈ ਔਜ਼ਾਰ ਲੈ ਕਰਕੇ ਆਪਰੇਸ਼ਨ ਕਰਕੇ ਇਸ ਨੂੰ ਨਹੀਂ ਕਰ ਰਿਹਾ, ਬਲਕਿ ਇੱਕ ਧਾਰਮਿਕ ਕਿਸਮ ਦੀ ਐਸੀ ਪ੍ਰਕਿਰਿਆ ਦੁਆਰਾ ਹੋ ਰਹੀ ਹੈ ਜਿਸ ਵਿੱਚ ਈਸਾਈ ਮਤ ਦਾ ਇੱਕ ਅਜੀਬ ਚੈਪਟਰ ਪੰਜਾਬ ਨੂੰ ਪੂਰੀ ਤਰ੍ਹਾਂ ਇੱਕ ਨਵਾਂ ਚਿਹਰਾ, ਨਵੀਂ ਪਹਿਚਾਨ ਦੇਣ ਲਈ ਤੇਜ਼ੀ ਨਾਲ ਫੈਲ ਰਿਹਾ ਹੈ। ਪੰਜ ਦਰਿਆਵਾਂ ਦੀ ਧਰਤੀ ਨੂੰ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕ੍ਰਿਸਚੀਅਨ ਚਰਚ ਮਿਲਣ ਜਾ ਰਿਹਾ। ਇਹ ਜਲੰਧਰ ਵਿਖੇ 2000 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਸਿੱਖਾਂ ਦੀ ਰਾਜਧਾਨੀ ਅੰਮ੍ਰਿਤਸਰ ਵਿੱਚ ਅੱਜ 700 ਚਰਚ ਹਨ। ਸਿੱਖਾਂ ਦੀ ਮੁੱਢਲੀ ਪੰਥਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 2000 ਵਿੱਚ ਨਵੀਂ ਬਣੀ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਦੇ ਰੂਪ ਵਿੱਚ ਇੱਕ ਸਾਮੀ ਟੱਕਰ ਜਿਹੜੀ ਹੈ ਉਹ ਮਿਲੀ ਹੈ। ਭਾਵ ਕਿ ਈਸਾਈਆਂ ਨੇ ਅੰਮ੍ਰਿਤਸਰ ਦੇ ਅੰਦਰ ਸ਼੍ਰੋਮਣੀ ਚਰਚ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਰਾਬਰ ਜਿਹੜੀ ਹੈ ਉਹ ਬਣਾ ਲਈ ਹੈ 2019 ਦੇ ਵਿੱਚ। ਸਿੱਖ ਗੁਰੂਆਂ ਦੀ ਧਰਤੀ ਚਰਚਾਂ ਲਈ ਪਨਾਹਗਰ ਬਣ ਗਈ ਹੈ। ਭਾਵ ਕਿ ਬਹੁਤ ਸਾਰੇ ਚਰਚ ਜਿਹੜੇ ਹਨ ਉਹ ਪੰਜਾਬ ਦੇ ਧਰਤੀ ਦੇ ਉੱਪਰ ਖਾਸ ਤੌਰ ਤੇ ਪਿੰਡਾਂ ਦੇ ਵਿੱਚ ਜਿਹੜੇ ਹਨ ਉਹ ਖੋਲੇ ਹੋਏ ਹਨ। ਪੰਜਾਬ ਦੇ ਵਿੱਚ 12000 ਪਿੰਡਾਂ ਵਿੱਚੋਂ 8000 ਵਿੱਚ ਘੱਟੋ ਘੱਟ ਇੱਕ ਚਰਚ ਹੈ ਜੋ ਪਿਛਲੇ 10 ਸਾਲਾਂ ਵਿੱਚ ਬਣਾਇਆ ਗਿਆ। ਸਿੱਖ ਸ਼ਬਦਾਵਲੀ ਦੇ ਨਵੇਂ ਆਯਾਮ ਲੱਭ ਲਏ ਗਏ ਹਨ। ਚਰਚ ਦੇ ਇਕੱਠਾਂ ਨੂੰ ਸਤਸੰਗ ਕਿਹਾ ਜਾਂਦਾ ਹੈ। ਆਪ ਨੂੰ ਯਾਦ ਹੋਏਗਾ ਕਿ ਜਿਹੜੇ ਵੀ ਸਿੱਖ ਵਿਰੋਧੀ ਜਿਹੜੇ ਹੋਰ ਜਿਹੜੇ ਡੇਰੇ ਬਣੇ ਹਨ ਉਹਨਾਂ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਇਕੱਠ ਹੁੰਦੇ ਹਨ ਭਾਵੇਂ ਸੌਦਾ ਸਾਧ ਵੱਲੋਂ ਹਨ ਉਹ ਉਹਨੂੰ ਵੀ ਸਤਸੰਗ ਕਹਿੰਦੇ ਹਨ, ਚਰਚਾ ਕਹਿੰਦੇ। ਤੇ ਚਰਚ ਨੂੰ ਗੁਰਦੁਆਰਾ ਕਹਿੰਦੇ ਹਨ।
और उत्थे वरताए जाने वाले भोजन नूं कम्यूनिटी किचन की थां लंगर कहा जाता अते प्रभु यसू मसीह नूं क्राइस्ट नूं सतगुरु यीशु या वाहिगुरु यीशु कह के सत्कारिया जाता है। तो आप साध संगत जी नोट करो कि किस तरह उन्होंने घुसपैठ करके सिक्खी की ही टर्मिनोलॉजी वरत करके उन्होंने लोगों को भरमाउण वास्ते गुरु वाहिगुरु की थां के उपर सतगुरु यीशु और वाहिगुरु यीशु क्या सतगुरु गुरु नानक स्थान की थां और 10 गुरु साहबान की थां के उपर धन धन सतगुरु श्री गुरु ग्रंथ साहब की थां के उपर सतगुरु यीशु नूं जिहड़ा है वो सत्कार देना शुरू कर दिता। हैरानी की गल तां यह है कि इन्हां नवें किस्म के मिशनरियां विचों किसी का भी पंजाब विच परंपरागत कैथोलिक ईसाई मत नाल कोई लेना देना नहीं कि ये जो मिशनरी हैं इन्हों देख के तुहानूं किते भी नहीं लगेगा कि यह कैथोलिक चर्च के नाल संबंधित हैं। पंजाब विच बस्तीवादी दिनों तो कैथोलिक धर्म मौजूद है कि पंजाब दे विच भी कैथोलिक चर्च जिहड़े हैं वो पुराने एस्टैबलिश हैं, लेकिन जिहड़े हुण जिहड़ा दौर चल रहा है जिहड़ा लियोरमेंट का दौर चल रहा है इत्थे चर्चां नूं गुरुद्वारा कहा जाता। जलंधर विच सेंट मैरीज कैथेड्रल जलंधर दे रोमन कैथोलिक डायोसिस दे बिशप की सीट है। इसका निर्माण वाइक्रिएट अपोस्टोलिक रेव जॉन मैकडोनल्ड ने 1847 विच कीता सी। देखो कितना पुराना है क्रिश्चियनिटी ने अपने आप को पंजाब के अंदर जिहड़े हैं बनाए हैं चर्च बनाए हुए हैं और हुण वो प्रोएक्टिव होए हुए हैं। किसी नूं भी कैथोलिक धर्म या दुनिया के सब तो बड़े धर्म के किसी भी होर संप्रदाय के वादे नाल कोई चिंता या राखवांकरण नहीं है, ना ही होना चाहिए। पर पंजाब विच जिस नवे किस्म का ईसाई मत फैल रहा है उसकी व्याख्या किसी मत नाल वध फेथ हीलिंग की विपता के रूप में सब तो वधिया तरीके नाल कीती गई है। ये उन्हां लोकां लई वपारक मॉडल है जो भावें जो मर्जी करन पर वो ईसाई धर्म के प्रति वफादार हैं अते उसके लेबल हेठ वो काम भी करते हैं। पंजाब मिरेकल्स एंड फेथ हीलिंग चमत्कारां अते निश्चय आधारित इलाज के व्यापारियों लई नवा ठिकाना बन चुका है, जिथे लोकी अपनी कमाई अते सेहत दोनों तो ठगे जा रहे हैं अते धोखे नाल उन्हां दा धर्म परिवर्तन हो रहा है। इन्हां फेथ हीलर्स दीयां सलाहां दे मगर लगन दे नतीजे वजों लोकां नूं गंभीर मैडिकल पेचीदगियां दा सामना करना पै रहा है। लोकां अंदर खास तौर पे बच्चियां अंदर मौत की दर तेजी नाल वध रही है। इन्हां बदमाशां दीयां हरकतां अते धर्म परिवर्तन के लालच के चलदियां परिवारक अते समाजिक विघन पैदा हो रहा है, जिस नाल पंजाब की अमन शांति अते सद्भावना के माहौल के खराब होने का खदशा है। उदा कि खराब माहौल हो सकता है जो ये कार्रवाइयां साडे उस पंजाब की धरती ते कर रहे। इन्हां समूहां दे धोखेबाज सुभाव के बावजूद खतरा तेजी नाल वध रहा है। फेथ हीलर्स ने दे इन्हां टोलियां ने लुधियाना कपूरथला वर्गियां जगह ते विशाल थावां नूं हासिल करके विकसित किया है, जिथे हजारां लोकी समय समय ते विशेष प्रार्थना सभावां मास विच इकट्ठे हुंदे हैं। इन्हां समूहां दी उपदेशां अते फेथ हीलिंग दी हजारां वीडियोस तैयार कीतियां गईयां हन, जिन्हां विच समूहां दी तादाद नूं वधाउण अते उन्हां दे निजी खजाने नूं भरन दे यत्नां वजों पादरियां दे चमत्कार या प्रार्थना द्वारा चंगे होए लोकां दीयां मंचन कीतियां गवाहियां भरियां भी दिखाईयां जांदियां हन। इस वड्डे पद्धर दी चल रही शक्की मुहिम विच 3 वड्डियां जुंडलियां शामिल हैं, जिन्हां दी अगवाई
एक पादरी जिन्हों फादर कहते हैं, इत्थे एक लेडी है पादरी गुरशरण कौर दिओल, पंजाब की धरती की जंपल है, और उसके जी मास फेथ हीलिंग कर रही है, जिहड़ी कि संगतां नूं इकट्ठियां करके उन्हां दी फेथ हीलिंग करती है, जिस विच वो गुरदे की पत्थरी, जोड़ां दे दर्द, पिठ के दर्द अते दुष्ट आत्मावां दे कब्जे लई चमत्कारी इलाजां दा दावा करती है। वो अते उसके पति हरभजन सिंह दिओल कपूरथला जिले के पिंड खोजेवाला विखे जीसस हीलिंग मिनिस्ट्री चलाते हैं अते उन्हां दे अनुयायियों की गिनती लखां विच पहुंच चुकी है। साध संगत जी, आप जो इसनूं सुन रहे हो, ये बड़ा भयानक जिहड़ा है नज़ारा है जो साडे सामने है कि जिथे साडे गुरुद्वारियां दे अंदर गिनती घट रही है, उत्थे इन्हां दे जिहड़े इकट्ठ करते हैं उन्हां दे विच गिनती जिहड़ी है वो वध रही है। पंजाबियां ते सिखां नूं अपने घुटाले विच फसाउण लई उन्हां ने अपने सिखां वाले ना रखे हैं और वेशभूषा भी उस तरह की ही बनाई है। भाव बीबियां वांगन सिर ते दुपट्टा लैंदियां हन, जिवें आप जी ने हुणे स्क्रीन ते देखिया ही है। और जिहड़े भी क्रिश्चियनिटी नूं कन्वर्ट हुंदे हन उन्हां दे भी सिर ते दस्तारा हुंदियां हन और दाढ़ी हुंदी है, और वो अपने नाम ही जिहड़े हन वो नहीं चेंज करते। जिवें हुणे तुसीं देखिया है कि पादरी गुरशरण कौर जी जिहड़ा कौर ना गुरु गोबिंद सिंह महाराज ने अमृत छकण तो बाद बख्शिया सी, उसनूं अपने नाम नाल लगाया हुआ है। और फिर उन्होंने हसबैंड हरभजन सिंह जी सिंह जो गुरु गोबिंद सिंह महाराज ने अमतारी सिंघां नूं बख्शिश कीता सी, जिहड़ा 1699 की विसाखी नूं, ते इस तरीके दे नाल सिखां दे अंदर अपनी जिहड़ी है वो प्रचार जिहड़े हन वो कर रहे हैं। दूसरे नंबर ते असी पैगंबर हजरत मुहम्मद साहब नूं या जीसस क्राइस्ट नूं मुसलमान और ईसाई मनते हैं, पर इत्थे जिहड़ा खांबड़ा पिंड दे अंदर जिहड़ा 2001 जिहड़ा करोड़ रुपए दे नाल उत्थे सब तो बड़ा जिहड़ा दुनिया का चर्च बन रहा है, उस विच चर्च ऑफ साइंस एंड वंडर्स, इस चर्च नूं जो चलाउण वाला है वो अपोसल कहते हैं, जिहड़ा अथोराइज प्रचारक होवे, अंकुर नरूला, उसका नाम अंकुर नरूला है। ते वो भी हजारां लोकां नूं अपने तंदुरुस्त कराउण दे जाल विच खिंचदा है। एक ते बीबी ते उन्हां दे हसबैंड, दो ओ ते तीसरा ये अंकुर नरूला, ये जिहड़ा है इसनूं चला रहा है। वो ही है जो जलंधर विखे दुनिया का चौथा सब तो बड़ा चर्च बनवा रहा है। इन्हां निश्चय आधारित फेथ हीलिंग इलाज का दावा करने वालियां विच कुछ शक्की अपराधी हैं। उदाहरण लई पास्टर बलजिंदर सिंह नूं बलात्कार के दोष विच गिरफ्तार किया गया सी। उस उत्ते कैंसर के इलाज के नाम उत्ते पैसे की धोखाधड़ी करने का भी दोष है। 30 सितंबर 2021 दे द हिंदू अखबार ने फेथ हीलिंग नाम की इस विपता की विस्तारित रिपोर्ट छापी, जिस हथों पंजाब गुजर रहा है। रिपोर्ट में कहा गया कि असी पता लाया है कि किवें पंजाब विच धर्म परिवर्तन करने वाले अपोसल अंकुर नरूला का धर्म कन्वर्शन उद्योग वध फुल रहा है। किवें गुरशरण कौर बलात्कार के दोषी पैगंबर बलजिंदर सिंह अपने आप को पैगंबर कहता, आदि ने पिछलियां जातियां दे दबे कुचले सिखां अते गरीब हिंदू वर्गां नूं लुभाउण लई जाली चमत्कारी इलाज, धोखे, गैर कानूनी विदेशी फंडां अते चावल के थैले गैर कानूनी ढंग नाल हासिल कीते सरकारी राशन की वरतों करदिआं धर्म परिवर्तन कर लोकां नूं अपने वाल खिंच रहे हैं कि उन्होंने गौरमेंट वालों जिहड़े चावल दी मिलते हैं गरीब लोगों नूं वो आप प्रकोर करके उन्होंने धर्म कर जिहड़े परिवर्तन करने वास्ते लालच दे करके उन्होंने चौलों के थैले जिहड़े हैं वो भी उन्होंने देंदे हैं।
ਸਿੱਖਾਂ ਨੇ ਕੁਦਰਤੀ ਤੌਰ ਤੇ ਪੰਜਾਬ ਵਿੱਚ ਪਨਪੇ ਇਸ ਅੰਧ ਵਿਸ਼ਵਾਸ ਦੀ ਦਲਦਲ ਤੇ ਚਿੰਤਾ ਪ੍ਰਗਟ ਕੀਤੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਨੈਤਿਕ ਧਰਮ ਪਰਿਵਰਤਨ ਨੂੰ ਰੋਕਣ ਲਈ ਘਰ ਘਰ ਅੰਦਰ ਧਰਮਸ਼ਾਲ ਨਾਂ ਦੀ ਮੁਹਿੰਮ ਚਲਾਈ ਹੈ। ਗਲੋਬਲ ਸਿੱਖ ਕਾਉਂਸਲ GSC ਨੇ ਇਸ ਗਤੀਵਿਧੀ ਦਾ ਕਾਨੂੰਨੀ ਹੱਲ ਲੱਭਣ ਲਈ ਪੰਜਾਬ ਅੰਦਰ ਵੱਖ-ਵੱਖ ਪਾਰਟੀਆਂ ਨਾਲ ਗੱਲਬਾਤ ਕੀਤੀ ਹੈ। SGPC ਨੂੰ ਲਿਖੇ ਪੱਤਰ ਵਿੱਚ ਗਲੋਬਲ ਸਿੱਖ ਕਾਉਂਸਲ ਨੇ ਆਪਣੀ ਦਲੀਲ ਦਾ ਵਿਸਤਾਰ ਨਾਲ ਵਰਣਨ ਕਰਦਿਆਂ ਲਿਖਿਆ ਹੈ ਕਿ ਅਜਿਹੇ ਗੈਰ ਕਾਨੂੰਨੀ ਧਰਮ ਪਰਿਵਰਤਨ ਅਤੇ ਨਾਪਾਕ ਫੇਥ ਹੀਲਿੰਗ ਸੈਸ਼ਨਾਂ ਨੂੰ ਨਿਯੰਤਰਿਤ ਕਰਨ ਅਤੇ ਰੋਕਣ ਲਈ ਭਾਰਤ ਦੇ ਬਹੁਤ ਸਾਰੇ ਰਾਜਾਂ ਨੇ ਧਰਮ ਦੀ ਆਜ਼ਾਦੀ ਐਕਟ ਜਾਂ ਆਰਡੀਨੈਂਸ ਨਾਮਕ ਅਜਿਹੀਆਂ ਗਤੀਵਿਧੀਆਂ ਨੂੰ ਅਪਰਾਧਕ ਮੰਨਣ ਵਾਲੇ ਕਾਨੂੰਨ ਬਣਾਏ ਹਨ। ਜਿਨ੍ਹਾਂ ਰਾਜਾਂ ਨੇ ਅਜਿਹੇ ਕਾਨੂੰਨ ਬਣਾਏ ਹਨ ਉਹਨਾਂ ਵਿੱਚ ਗੁਜਰਾਤ, ਤਮਿਲਨਾਡੂ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉੜੀਸਾ, ਹਿਮਾਚਲ ਪ੍ਰਦੇਸ਼ ਆਦਿ ਸ਼ਾਮਲ ਹਨ। ਇਹਨਾਂ ਰਾਜਾਂ ਵਿੱਚ ਇਸ ਕਾਨੂੰਨ ਦੇ ਪਾਸ ਹੋਣ ਤੋਂ ਬਾਅਦ ਅਨੈਤਿਕ ਧਰਮ ਪਰਿਵਰਤਨ ਅਤੇ ਫੇਥ ਹੀਲਿੰਗ ਵਾਲੇ ਮਾਮਲਿਆਂ ਵਿੱਚ ਬਹੁਤ ਗਿਰਾਵਟ ਆਈ ਹੈ। ਪਰ ਇਹ ਸਮਝ ਨਹੀਂ ਆਏ ਕਿ ਐਸਾ ਜੋ ਕਾਨੂੰਨ ਹੈ ਉਹ ਪੰਜਾਬ ਜਿੱਥੇ ਧੜਾਧੜ ਕਨਵਰਸ਼ਨ ਹੋ ਰਿਹਾ ਹੈ, ਗਰੀਬ ਜਿਹੜੇ ਸਿੱਖ ਹਨ, ਇਕਨੋਮਿਕਲੀ ਵੀਕਰ ਸੈਕਸ਼ਨ ਹਨ, ਉਹਨਾਂ ਨੂੰ ਇਸ ਕਾਨੂੰਨ ਬਣਾ ਕਰਕੇ ਧਰਮ ਪਰਿਵਰਤਨ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ। ਗਲੋਬਲ ਸਿੱਖ ਕਾਉਂਸਲ ਦੀ ਪ੍ਰਧਾਨ ਡਾਕਟਰ ਕਵਲਜੀਤ ਕੌਰ ਆਰਡਰ ਆਫ ਬ੍ਰਿਟਿਸ਼ ਐਮਪਾਇਰ ਨਾਲ ਸਨਮਾਨਿਤ ਹੈ। ਉਸਨੇ ਦਲੀਲ ਦਿੱਤੀ ਕਿ ਸਿੱਖ ਅਧਿਆਤਮਕ ਸ਼ਬਦਾਵਲੀ ਜਿਵੇਂ ਕਿ ਸਤ ਸੰਗ, ਗੁਰਦੁਆਰਾ, ਲੰਗਰ ਅਤੇ ਵਾਹਿਗੁਰੂ ਨੂੰ ਕ੍ਰਮਵਾਰ ਆਪਣੇ ਝੁੰਡ, ਚਰਚ, ਭੋਜਨ ਅਤੇ ਜੀਸਸ ਲਈ ਵਰਤਨ ਨੂੰ ਸਿੱਖ ਧਰਮ ਅਤੇ ਇਸ ਦੇ ਅਭਿਆਸਾਂ, ਰੀਤੀ ਰਿਵਾਜਾਂ, ਗੁਰਬਾਣੀ ਅਤੇ ਪਰੰਪਰਾਵਾਂ ਦੇ ਧਾਰਮਿਕ ਅਤੇ ਸੱਭਿਆਚਾਰਕ ਨਿਯੋਜਨ ਦੀ ਦੁਰਵਰਤੋਂ ਦੱਸਿਆ। ਇਸ ਦੁਰਵਰਤੋਂ ਦਾ ਉਦੇਸ਼ ਧਰਮ ਪਰਿਵਰਤਨ ਕਰ ਰਹੇ ਸਿੱਖਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਈਸਾਈਅਤ ਦਾ ਜੋ ਸੰਸਕਰਨ ਇਹਨਾਂ ਪਖੰਡਾਂ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ ਉਹ ਸਿੱਖ ਧਰਮ ਦੇ ਹੀ ਇੱਕ ਹੋਰ ਰੂਪ ਤੋਂ ਵੱਧ ਕੁਝ ਨਹੀਂ। ਪੰਜਾਬ ਦੇ ਸਿੱਖ ਚਮਤਕਾਰੀ ਫੇਥ ਹੀਲਰਸ ਦੇ ਘੁਟਾਲਿਆਂ ਦਾ ਸ਼ਿਕਾਰ ਕਿਉਂ ਹੋ ਰਹੇ ਹਨ ਅਤੇ ਜਿਸ ਸੰਖਿਆ ਵਿੱਚ ਹੋ ਰਹੇ ਹਨ ਉਹ ਕਲਪਨਾ ਤੋਂ ਪਰੇ ਨਹੀਂ। ਇਸ ਦਾ ਦੋਸ਼ ਮੁੱਖ ਤੌਰ ਤੇ ਤਿੰਨਾਂ ਸਮੂਹਾਂ ਉੱਤੇ ਮੜਿਆ ਜਾ ਸਕਦਾ ਹੈ। ਪਹਿਲਾ, ਡੇਰਾਵਾਦ ਬਾਬੇ, ਸੰਤ ਅਤੇ ਹੋਰ ਬਨਾਰਸੀ ਠੱਗ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਜੀ ਦੁਆਰਾ ਢੁਕਵਾਂ ਸਿਰਲੇਖ ਦਿੱਤਾ ਗਿਆ ਹੈ। ਇਹਨਾਂ ਲੋਕਾਂ ਨੇ ਗੁਰੂ ਨਾਨਕ ਜੀ ਦੀ ਬ੍ਰਹਮ ਅਧਿਆਤਮਕਤਾ ਨੂੰ ਬੁਰੀ ਤਰ੍ਹਾਂ ਭ੍ਰਿਸ਼ਟ ਕਰ ਦਿੱਤਾ ਅਤੇ ਕਿਵੇਂ ਇਸ ਨੂੰ ਆਪਣੇ ਇੱਕ ਨਿੱਜੀ ਵਪਾਰਕ ਲੈਣ ਦੇਣ ਵਿੱਚ ਢਾਲਿਆ। ਇਹ ਡੀਲ ਬੜੀ ਸਧਾਰਨ ਸੀ। ਇਹਨਾਂ ਬਦਮਾਸ਼ਾਂ ਨੇ ਧਾਰਮਿਕ ਬਾਣਾ ਪਾ ਆਮ ਸਿੱਖਾਂ ਨੂੰ ਆਪਣੇ ਡੇਰਿਆਂ ਤੇ ਕੀਤੀ ਅਰਦਾਸ, ਅਖੰਡ ਪਾਠ ਅਤੇ ਹੋਰ ਰਸਮਾਂ ਦੇ ਇਵਜ਼ ਵਿੱਚ ਚੜਾਏ ਪੈਸੇ ਦੇ ਬਦਲੇ ਇਲਾਜ, ਤਰੱਕੀਆਂ, ਮਰਦ ਆਦਿ ਮੁੰਡੇ ਜੰਮਣਗੇ, ਵਿਦੇਸ਼ੀ ਵੀਜ਼ਾ ਲਗਵਾਉਣਾ, ਦੇਸ਼ ਬਾਹਰਲੇ ਪ੍ਰਦੇਸ਼ ਜਾਣ ਦਾ ਅਤੇ ਹੋਰ ਬਹੁਤ ਕੁਝ ਦੁਆਉਣ ਦੇ ਵਾਅਦੇ ਕੀਤੇ ਤੇ ਤਾਂ ਉਹਨਾਂ ਦਾ ਧਰਮ ਪਰਿਵਰਤਨ ਈਸਾਈਅਤ ਵਿੱਚ ਕੀਤਾ। ਸੰਖੇਪ ਰੂਪ ਵਿੱਚ ਇੱਕ ਸਦੀ ਦੇ ਅਰਸੇ ਵਿੱਚ ਇਹਨਾਂ ਡੇਰਿਆਂ ਅਤੇ ਟਕਸਾਲੀ ਸੰਤਾਂ ਅਤੇ ਬਾਬਿਆਂ ਨੂੰ ਪੰਜਾਬ ਦੇ ਫੇਥ ਹੀਲਿੰਗ ਜੈਸੇ ਘੁਟਾਲਿਆਂ ਲਈ ਸਭ ਤੋਂ ਉਪਜਾਊ ਜ਼ਮੀਨ ਬਣਾ ਕੇ ਰੱਖ ਦਿੱਤਾ। ਇਹਨਾਂ ਅਖੌਤੀ ਸੰਤ ਬਾਬਿਆਂ ਅਤੇ ਭਰਮ ਗਿਆਨੀਆਂ ਨੇ ਅੰਕੁਰ ਨਰੂਲਾ, ਗੁਰਸ਼ਰਨ ਕੌਰ, ਹਰਭਜਨ ਸਿੰਘ ਅਤੇ ਪੈਗੰਬਰ ਬਰਜਿੰਦਰ ਸਿੰਘ ਵਰਗੇ ਲੋਕਾਂ ਦੀ ਆਮਦ ਲਈ ਜ਼ਮੀਨ ਤਿਆਰ ਕਰਨ ਦਾ ਕੰਮ ਕੀਤਾ ਹੈ। ਫਰਕ ਇਹਨਾਂ ਦੋਨਾਂ ਧਿਰਾਂ ਵਿੱਚ ਸਿਰਫ ਦਾਅਵਿਆਂ ਦੇ ਪੈਮਾਨੇ ਅਤੇ ਵਿਸ਼ਾਲਤਾ ਦਾ ਹੈ। ਆਪਣੇ ਆਪ ਨੂੰ ਰੱਬ ਦੇ ਏਜੰਟ, ਸੰਤਾਂ ਅਤੇ ਬਾਬਿਆਂ ਵਜੋਂ ਲੇਬਲ ਕੀਤੇ ਜਾਣ ਵਿੱਚ ਖੁਸ਼ ਇਹਨਾਂ ਲੋਕਾਂ ਹੱਥੋਂ ਹਾਈਜੈਕ ਕੀਤੇ ਸਿੱਖ ਸੁਭਾਵਕ ਹੀ ਉਹਨਾਂ ਲੋਕਾਂ ਦੁਆਰਾ ਸਮੋਤ ਹੋਣ ਲਈ ਤਿਆਰ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਨਬੀ ਅਤੇ ਰੱਬ ਵਜੋਂ ਪੇਸ਼ ਕੀਤਾ।
देश के दूजे हिस्से विच श्रोमणी कमेटी आउंदी है। ये जो दोष है, ये दोष पहला डेरिया के उत्ते लग्या, दूसरा दोष जिहड़ा है श्रोमणी कमेटी तो आउंदा है। ये वो संस्था सी जिसनों सिक्खी अते सिक्खी के मामलों नूं चलाउण दा काम सौंपिया गया सी। सालाना बजट दे नाल, जो कि कई बार राज सरकार दे बजट नालों भी वध जांदा है, ते पंजाब दे लोकां नूं सिੱਖਿਅਤ करन लई स्कूल ਅਤੇ यूनिवर्सिटियां दा निर्माण कर सकदी सी। उन्हां दे इलाज लई हस्पताल, लोड़वंद किसानां लई बैंक, बिरध घर, अनाथ आश्रम, कल्याण घर ਅਤੇ होर बहुत कुछ प्रदान कर सकदी सी। पर श्रोमणी कमेटी की सरपरस्ती हेठ कई दहाकियां तक अजਿਹੀ एक भी वस्तु नहीं बनाई गई। ये वो संस्था है जिसने अंकुर नरूला, गुरशरण कौर, हरभजन सिंह ਅਤੇ पैगंबर बरजिंदर सिंह ਲਈ उपजाऊ जमीन तैयार की। SGPC लीडरशिप की विफलता, फेलियर ਅਤੇ गरीब सिखां की भलाई ਲਈ जीरो चिंता ने इन्हां झूठे रसूलों ਅਤੇ पैगंबरां ਨੂੰ आम लोगों ਨੂੰ उन्हां दे इलाज, परेशानियां ਲਈ लुभाउਣ ਅਤੇ होर भी बहुत कुछ की इजाजत दे दी। श्रोमणी कमेटी की मुख्य चिंता राजनीति रही है। दहाकियां तो यह अपने आप ਨੂੰ अकाली राजनीति की दलदल विचों डुबो चुकी है। पिछले 30 सालों तो एक ही परिवार ने इसनों रिमोट कंट्रोल नाल चलाया। 1961 के शुरू तो इसकी लीडरशिप विच डेरे ते टकसाली लोगों द्वारा इन्नी चंगी तरह घुसपैठ की गई कि एक परिवार नूं इहनूं अपने हेठां दबाउण लई कोई ज़्यादा मेहनत नहीं करनी पई। पर वो साल सी जदों श्रोमणी कमेटी ਅਤੇ अकाली दल दोवें ही डेरा संतां दी अगवाई भी सन। इस साल संत चन्नन सिंह श्रोमणी कमेटी के प्रधान बने सन, जदों कि संत फतेह सिंह अकाली दल के प्रधान। इसलिए एक कल्पना करना औखा है कि SGPC कुछ कर रही है, कुछ भी, चाहे वह फेथ हीलिंग रूपी अंधविश्वास की इस विपता नाल नजिठना होवे। उन्हां दी घर घर अंदर धर्मशाल नामी भी कार्य योजना एक अध पक्का विचार है जिसकी कोई सार्थकता नहीं है। कि कोई SGPC वालियां नूं दसेगा कि अंकुर नरूला ਅਤੇ पैगंबर बरजिंदर सिंह आज पंजाब के घर घर अंदर आ चुके हैं। दोषां का अंत हिस्सा अकाल तख्त नूं जांदा है। यह बहाना लाया जा सकता है कि अकाल तख्त जथेदारां नूं, जो कि SGPC के तनख्वाहदार कर्मचारी हैं, दोषी मनन लई एक वखरे समूह वजों क्यों रखा जा रहा है। ये सब लई क्योंकि सिक्खी नूं, खास तौर पर अगाह वधू सिक्खी नूं गंभीर नुकसान पहुंचाया गया, जो बहुत गंभीर, बेमिसाल और गहरा है। वो अकाल तख्त द्वारा ही किया गया, जो अज भी जारी है। अकाल तख्त ने आलोचनात्मक और अगाह वधू सिखां द्वारा लिखिया किताबां ते पाबंदी लगा दी। पहला 1993 में डॉक्टर प्यारा सिंह की पुस्तक ते पाबंदी का मामला सामने आया। इसने पंजाब में डेरावाद के कैंसर का पर्दाफाश करने वाली आवाज़ नूं खामोश करने की नीयत नाल पंथ विचों बाहर कढ़ दिता। यही सिलसिला ज्ञानी गुरबख्श सिंह जी काला अफगाना ਅਤੇ डॉक्टर हरजिंदर सिंह जी दलगीर ਅਤੇ प्रोफैसर दर्शन सिंह जी, जो साबका अकाल तख्त के मुखी सन, उन्हां दे मामले विच उन्हां नूं पंथ तो खारिज करके अगे साबित कर ही दिता। इस सोच ने सिक्खी विच सुधार करने की कोशिश करने वाले लोगों नूं पंथ विचों छेकण दा क्रम शुरू कर दिता। इसे तहत हरनेक सिंह नूं बर्खास्त करने का भी मामला सामने आया। इन्हां हुण गुरबाणी विद्वान जिवें कि डॉक्टर धर्मिंदर सिंह जी ਅਤੇ डॉक्टर ओंकार सिंह ते भी निशाना साधिया है। श्रोमणी कमेटी वांग अकाल तख्त उत्ते भी डेरावाद ਅਤੇ टकसाली विचारधारा लगभग पूरी तरह घुसपैठ कर चुकी है।
ਪਿਛਲੇ 3 ਦਹਾਕਿਆਂ ਵਿੱਚ ਇਸ ਦੇ ਸਾਰੇ ਜਥੇਦਾਰ ਇੱਕ ਆਧੇ ਨੂੰ ਛੱਡ ਕੇ ਡੇਰਿਆਂ ਤੋਂ ਆਏ ਹਨ। ਡੇਰੇ ਤੋਂ ਸਿਖਲਾਈ ਪ੍ਰਾਪਤ ਜਾਂ ਡੇਰੇ ਨਾਲ ਸੰਬੰਧਿਤ ਹਨ। ਸਿੱਖਾਂ ਦੀ ਵੱਡੀ ਬਹੁ ਗਿਣਤੀ ਦਾ ਵਿਚਾਰ ਹੈ ਕਿ ਇਹ ਸੰਤ ਸਮਾਜ ਹੀ ਹੈ ਜੋ ਅਕਾਲ ਤਖਤ ਨੂੰ ਚਲਾਈ ਜਾਂਦਾ ਹੈ। ਅਸਲ ਅਰਥਾਂ ਵਿੱਚ ਅਕਾਲ ਤਖਤ ਦੀ ਪੰਥ ਵਿੱਚੋਂ ਛੇਕਣ ਦੀ ਸ਼ਕਤੀ ਸਰੂਪ ਉਹ ਤਲਵਾਰ ਹੈ ਜੋ ਕਿਸੇ ਵੀ ਵਿਅਕਤੀ ਅਤੇ ਹਰ ਉਸ ਵਿਅਕਤੀ ਉੱਤੇ ਚਲਾਈ ਜਾਂਦੀ ਹੈ ਜੋ ਗੁਰੂ ਨਾਨਕ ਦੀ ਸਿੱਖੀ ਨੂੰ ਨੌਜਵਾਨ ਪੀੜ੍ਹੀ ਲਈ ਪ੍ਰਸੰਗਿਕ ਬਣਾਉਣ ਲਈ ਕੰਮ ਕਰਦਾ ਹੈ। ਡੇਰੇ ਅਤੇ ਟਕਸਾਲੀ ਲੋਕਾਂ ਦੁਆਰਾ ਪੇਸ਼ ਕੀਤੇ ਗਏ ਸਿੱਖੀ ਦੇ ਪੁਰਾਤਨ ਸੰਸਕਰਨ ਦੇ ਮੁਕਾਬਲੇ ਈਸਾਈ ਧਰਮ ਇੱਕ ਆਧੁਨਿਕ ਵਿਕਲਪ ਉਹਨਾਂ ਨੂੰ ਜਾਪਦਾ ਹੈ। ਯੂਹੰਨਾ ਬਾਈਬਲ ਦੇ 3.16 ਜਿਹੜਾ ਚੈਪਟਰ ਹੈ ਉਹਦੇ 'ਚ ਕਹਿੰਦਾ ਹੈ ਕਿਉਂਕਿ ਪਰਮੇਸ਼ਰ ਨੇ ਸੰਸਾਰ ਨੂੰ ਇੰਨਾ ਪਿਆਰ ਕੀਤਾ ਕਿ ਉਸਨੇ ਆਪਣੇ ਇਕਲੌਤਾ ਪੁੱਤਰ ਹੀ ਦੇ ਦਿੱਤਾ ਤਾਂ ਜੋ ਕੋਈ ਉਸ ਵਿੱਚ ਵਿਸ਼ਵਾਸ ਕਰੇ ਤਾਂ ਉਹ ਨਾਸ਼ ਨਾ ਹੋਵੇ ਪਰ ਸਦੀਵੀ ਜੀਵਨ ਪ੍ਰਾਪਤ ਕਰੇ। ਰੱਬ ਨੇ ਪੰਜਾਬ ਨੂੰ ਇੰਨਾ ਪਿਆਰ ਕੀਤਾ ਹੈ ਅਤੇ ਉਹਨਾਂ ਨੂੰ ਫੇਥ ਹੀਲਿੰਗ ਦੇਣ ਲਈ ਰਸੂਲ ਅੰਕੁਰ ਨਰੂਲਾ ਅਤੇ ਪੈਗੰਬਰ ਇਸ ਧਾਰਨਾ ਉੱਤੇ ਯਕੀਨ ਕਰਨ ਲਈ ਅੰਧ ਵਿਸ਼ਵਾਸ ਰੂਪੀ ਇੱਕ ਵੱਡੀ ਛਾਲ ਮਾਰਨੀ ਪੈਣੀ ਹੈ। ਦਰਅਸਲ ਸੱਚਾਈ ਇਹ ਹੈ ਕਿ ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਦਾ ਰੱਬ ਨੂੰ ਦੁਨੀਆ ਨਾਲ ਪਿਆਰ ਕਰਨ ਜਾਂ ਪੰਜਾਬ ਨੂੰ ਪਿਆਰ ਕਰਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਅਸਲ ਵਿੱਚ ਇਸ ਦਾ ਰੱਬ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਹੈ। ਆਪ ਜੀ ਨੇ ਵਿਚਾਰ ਸਰਵਣ ਕੀਤੇ ਹਨ। ਆਓ ਅਸੀਂ ਥੋੜਾ ਜਿਹਾ ਇਹ ਦੇਖੀਏ ਕਿ ਇਹ ਜੋ ਪੰਜਾਬ ਦੇ ਅੰਦਰ ਜੋ ਇਹ ਲਹਿਰ ਚੱਲ ਰਹੀ ਹੈ ਇਸ ਨੂੰ ਅਸੀਂ ਮੁਕਾਬਲਾ ਜਾਂ ਕਾਊਂਟਰ ਕਿਵੇਂ ਕਰ ਸਕਦੇ ਹਾਂ। ਇਸ ਵਾਸਤੇ ਇੱਕ ਬੜੀ ਜ਼ਬਰਦਸਤ ਸਟ੍ਰੈਟਜੀ ਬਣਾਉਣੀ ਪਏਗੀ, ਪਲੈਨਿੰਗ ਕਰਨੀ ਪਏਗੀ, ਵਿਉਂਤਬੰਦੀ ਕਰਨੀ ਪਏਗੀ ਕਿ ਇਹ ਜੋ ਫਰੇਕ ਕ੍ਰਿਸਚੀਅਨਸ ਹਨ ਜਿਹੜੇ ਸਿੱਖਾਂ ਨੂੰ ਵਰਗਲਾ ਕੇ ਕ੍ਰਿਸਚੀਅਨ ਬਣਾਉਣ ਵਿੱਚ ਮਜਬੂਰ ਕਰ ਰਹੇ ਹਨ, ਉਹ ਬੜਾ ਹੀ ਅਲਾਰਮਿੰਗ ਰੇਟ ਦੇ ਉੱਪਰ ਜਿਹੜਾ ਇਹ ਕੰਮ ਚੱਲ ਰਿਹਾ ਹੈ। ਔਰ ਕੁਝ ਸਾਲਾਂ ਦੇ ਵਿੱਚ ਹੀ ਉਹਨਾਂ ਨੇ ਹਜ਼ਾਰਾਂ ਤੋਂ ਲਾ ਕੇ ਲੱਖਾਂ ਤੱਕ ਜਿਹੜੀ ਹੈ ਉਹ ਉਹਨਾਂ ਦੀ ਫੌਜ ਜਿਹੜੀ ਹੈ ਇਹ ਤਿਆਰ ਹੋ ਚੁੱਕੀ ਹੈ ਜਿਨ੍ਹਾਂ ਨੂੰ ਉਹ ਕਨਵਰਟ ਕਰ ਚੁੱਕੇ ਹਨ। ਇੱਥੇ ਅਸੀਂ ਕੁਝ ਬੇਸਿਕ ਪੁਆਇੰਟ ਦੇਖਦੇ ਹਾਂ ਜਿਹੜੇ ਅਸੀਂ ਸੋਚ ਸਕਦੇ ਹਾਂ ਕਿ ਉਹਨਾਂ ਨਾਲ ਅਸੀਂ ਇਹ ਕੰਮ ਜਿਹੜਾ ਹੈ ਇਹਨੂੰ ਚੇਂਜ ਕਰ ਸਕਦੇ ਹਾਂ ਜਾਂ ਇਹਦੇ ਅੰਦਰ ਅਸੀਂ ਕੁਝ ਸੁਝਾਵਾਂ 'ਚ ਇਹਨਾਂ ਨੂੰ ਜੋ ਮੈਂ ਹੁਣੇ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਉਹਨਾਂ ਵਿੱਚੋਂ ਕੁਝ ਘੱਟ ਕਰ ਸਕਦੇ ਹਾਂ ਜਾਂ ਕੁਝ ਵਧਾ ਸਕਦੇ ਹਾਂ। ਪਰ ਇਹ ਸਾਰੇ ਜਿਹੜੇ ਐਕਸ਼ਨਸ ਹਨ ਪ੍ਰੈਕਟੀਕਲ ਹੋਣੇ ਚਾਹੀਦੇ ਹਨ, ਪਰ ਇਹਨਾਂ ਦੇ ਵਿੱਚੋਂ ਡੂਏਬਲ ਐਕਸ਼ਨ ਪਲਾਨ ਹੋਣਾ ਚਾਹੀਦਾ ਹੈ ਕਿ ਸਿਰਫ ਕਾਗਜ਼ੀ ਭਲਵਾਨ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਹਨ, ਲੇਕਿਨ ਇਹ ਵਰਕੇਬਲ ਸੋਲੂਸ਼ਨ ਹੋਣੇ ਚਾਹੀਦੇ ਹਨ। ਤਾਂ ਅਸੀਂ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਸੀਂ ਇਹ ਨਾ ਪ੍ਰਚਾਰ ਕਰੀਏ ਕਿ ਇਹ ਕਿਸ ਦਾ ਫਾਲਟ ਹੈਗਾ, ਕਿਸੇ ਪੋਲੀਟੀਕਲ ਜਮਾਤ ਦਾ ਹੈ ਜਾਂ ਐਸਜੀਪੀਸੀ ਦਾ ਹੈ ਜਾਂ ਕਿਸੇ ਦਾ ਹੈ। ਇਹ ਕਰਨ ਵਾਸਤੇ ਸਾਡੇ ਕੋਲ ਕੋਈ ਸਮਾਂ ਨਹੀਂ ਹੈ। ਇੱਥੇ ਇੱਕ ਗੱਲ ਵਿਚਾਰਨੇ ਅਸੀਂ ਕਿ ਜਿਸ ਵੇਲੇ ਘਰ 'ਚ ਅੱਗ ਲੱਗ ਜਾਏ ਤਾਂ ਕੋਈ ਇਹ ਨਹੀਂ ਗੱਲ ਕਰਦਾ ਕਿ ਅੱਗ ਨੂੰ ਕਿਹਨੇ ਸ਼ੁਰੂ ਕੀਤਾ ਸੀ ਔਰ ਕਿਵੇਂ ਇਹ ਸ਼ੁਰੂ ਹੋਈ, ਪਰ ਸਭ ਤੋਂ ਪਹਿਲਾ ਕੰਮ ਜਿਹੜਾ ਕੀਤਾ ਜਾਂਦਾ ਹੈ ਕਿ ਉਸ ਅੱਗ ਨੂੰ ਬੁਝਾਇਆ ਜਾਏ और फिर अगे वास्ते फ्यूचर स्ट्रैटेजी बनाई जाए कि दोबारा अग ना लगे। उसके कारणों नूं विचार करके सानू इस अगे वास्ते स्ट्रैटेजी जिहड़ी है वो बनानी चाहिए है। असी किसी नूं भी क्रिटिसाइज कर सकते हाँ, पर सानू ये ध्यान रखना चाहिए कि जो पंजाब अंदर वापर रहा है इस नूं किवें थम्मिया। तो सब तो पहला सुझाव है कि ਸਾਡੇ ਕੋਲ 5 ਤੋਂ 10 ਪ੍ਰਚਾਰਕ ਹੋਣੇ ਚਾਹੀਦੇ ਹਨ ਸ਼ੁਰੂਆਤ ਵਿੱਚ, ਜਿਨ੍ਹਾਂ ਦੀ ਸੈਲਰੀ ਮੰਥਲੀ ਜਿਹੜੀ ਹੈ ਹਰ ਮਹੀਨੇ 25 ਤੋਂ 30 ਹਜ਼ਾਰ ਰੁਪਇਆ ਹੋਵੇ। ਟੂ ਕਾਊਂਟਰ ਪੈਸਟੋਰ ਨਰੂਲਾ ਜੋ ਐਕਟੀਵਿਟੀ ਕਰ ਰਿਹਾ ਹੈ ਫੇਥ ਹੀਲਿੰਗ ਦੀ, ਉਸ ਨੂੰ ਉਹਦਾ ਜਵਾਬ ਦੇਣ ਵਾਸਤੇ, ਔਰ ਜਿਹੜੇ ਉਹ ਕ੍ਰਿਸਚੀਅਨ ਮਿਰੇਕਲਸ ਡਰਾਮਾ ਗਰੁੱਪ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਹੈ ਉਹ ਜੋ ਕਨਵਰਟ ਕਰ ਰਹੇ ਹਨ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ।
जेकर होर फंड जिहड़े मिल जाते हैं तो फिर होर प्रचारक भी जिहड़े हैं वो इस काम वास्ते लगाए जा सकते हैं। तो इस तो अगली गल असीं देखते हैं कि ये प्रचारक जिहड़े हैं इन्हां नूं कुछ बेसिक अंडरस्टैंडिंग जिहड़ी है दवाइयां दी वो देनी चाहिए है, ताकि लोग भी जा करके उन्हां दियां जिहड़ियां मामूली बीमारियां हैं या जिहड़े बेसिक एलमेंट्स हैं उन्हां नूं वो सुन सकन और उहदा हल कर सकन। तो ये वास्ते एक मैडिकल टीम नाल उन्हां दे 5 तो 10 बंदियां दी होवे, जिहदी सैलरी 25 तो 30 हज़ार रुपए, जिहदे फार्मासिस्ट और होर भी जिहड़े हैल्थ वर्कर जिहड़े हैं इन्हां नूं असिस्ट करन वास्ते नाल होण। तीसरा पॉइंट है कि जिहड़े मंथली इहदे खर्चे होण महीनावारी दवाइयां दे उन्हां नूं असैस किया जाए और उन्होंने पिंड के लैवल के उपर जिथे ये प्रचारक काम कर रहे हैं उस लैवल के उपर ही वो खर्चे उन्होंने जिहड़े हैं वो पूरे किए जाए। अगला चौथा पॉइंट है कि जिहड़े सिख गरीब फैमिलियां हैं उन्होंने बच्चों नूं ट्यूशन जिहड़ी है वो प्रोवाइड की जाए। उस वास्ते जिहड़े सिख टीचर्स हैं इस वक्त किन्ने ही जिहड़े अनएम्पलॉयड हैं जिहड़े टीचर हैं जिन्होंने ट्रेनिंग की हुई है लेकिन उन्होंने सरकारी नौकरियां नहीं मिल रही, उन्होंने जिहड़ा है इस काम वाले पासे लगाया जा सकता है और उन्होंने 15 तो 20 हज़ार रुपए की जिहड़ी है वो महीनावार सैलरी मंथली सैलरी जिहड़ी है वो दी जानी चाहिए है। शुरुआती काम विच ये जो 10 टीचर्स होन ये मैथ पढ़ान, हिसाब पढ़ान, इंग्लिश पढ़ान, साइंस और बेसिक नॉलेज ऑफ गुरमत। अगला पॉइंट कि सिख लिटरेचर पंजाबी हिंदी ते इंग्लिश विच बेसिक तो मिडल लैवल तक साखियां और होर जड़ियां प्रेरणा देने वाली स्टोरीज ने उन्होंने फ्री इन्हां इलाकों के विच वंडिया जाए, स्पैशली वो इलाके जिन्हां अंदर गुरु अर्जन देव महाराज जी ने बहुत ही काम किया, जिवें अमृतसर, जलंधर, तरन तारण, गुरदासपुर। ये एरिया हैं जिन्होंने क्रैडल ऑफ सिखिज्म जिन्होंने सिक्खी का भंगूड़ा कहा जाता है, जिहदे अंदर सिक्खी जिहड़ी है उसकी ग्रोथ हुई गुरु अर्जन देव साहब जी के समय अंदर। ये वही इलाके हैं जिन्हां दे अंदर ये ईसाइयां दा जिहड़ी जुंडली है इत्थों ज़्यादा जिहड़े लोग हैं जो गरीब हैं इकनॉमिकल वीकर हैं उन्होंने जिहड़ी है भरमा करके हीलिंग फेथ दे नाल उन्होंने ईसाईयत विच कन्वर्ट कर रहे हैं। दूसरा एक पॉइंट 6वां है कि कुछ जड़े हैं स्किल ट्रेनिंग उन्होंने किता मुखी जड़ी ट्रेनिंग जड़ी है वो देनी चाहिए है और ये ट्रेनिंग फ्री देनी चाहिए है। उस वास्ते 5 तो 10 जड़े स्किल ट्रेनर्स हैं टीचर्स हैं उन्होंने हायर किया जाए और उन्होंने 15 तो 20 हज़ार की महीना सैलरी दी जाए। नौजवान मुंडे ते कुड़ियां बीबियां और मर्द इन्होंने ट्रेनिंग दी जाए और इन्हां कामां दे विच जिवें इलैक्ट्रीशियन है, AC रिपेयर, वैल्डिंग, कार मैकेनिक्स, बेसिक हॉस्पिटल ट्रेनिंग, कुकिंग, ताकि ये जो ये लोग हैं ये अपनियां नौकरी लै सकन या अपनियां दुकानां या मोबाइल जिहड़े हैं वो जिहड़े हैं डिस्पेंसरियां खोल सकन। इस तो अगला 7वां पॉइंट है कि बेसिक फंड कुछ करोड़ का वो शुरू किया जाए। शुरुआत वास्ते 2 करोड़ इन्हां नाल गरीब जिहड़े परिवार हैं उन्हां दी जिहड़ी है वो मदद की जाए, उन्होंने बिजनेस खोलण विच और उन्होंने अपना गुजारा जिहड़ा है सैल्फ सफिशिएंट करने वास्ते उन्होंने। अगला पॉइंट है कि एक मेन प्रचारक टूर जड़ा है वो लगाया जाए पिंडां दे अंदर, जिदे अंदर के बड़े नामी ग्रामी कथावाचक और रागी ढाडी जड़े हैं वो जान। उन्हां दा काम किसी नूं और किसी संस्था नूं क्रिटिसाइज करन दा ना होवे, उन्हां दा काम सिर्फ ये होवे कि वो इन्हां टूर दे राही दीवान अते सिक्खी प्रचार दा जड़ा है वो काम करन, रहन सवाइयां करन और कीर्तन दरबार करन। इस वास्ते
कुछ लख रुपए जड़े हैं वो इन्हां टूर वास्ते चाहिए होंगे और 2 हफ्ते का ये टूर जड़ा है वो 5 तो 10 पिंडां दे विच एट ए टाइम जड़ा है वो चलना चाहिए। फिर इस तो अलावा 9वां पॉइंट है कि जड़ियां सानू इंस्पायर करदियां हन, जड़ियां साड़ियां प्रभावशाली फिल्मां हन, जिवें चार साहिबजादे जड़े सारे दुनिया के अंदर बड़े प्रभावशाली तरीके दे नाल सिक्खी नूं प्रेजेंट किया गया है। भाई तारू सिंह जी केसां दे बारे महान फिल्म है वो। बाबा बंदा सिंह बहादुर जी जो उन्होंने शहादत है वो बड़ी इंस्पायर करने वाली है, प्रेरणा देने वाली है। और इस वास्ते एक जड़ी है फिल्म दी नाइट जड़ी है, फिल्म दी फिल्मी रात जड़ी है वो मनाई जाए पिंडां दे अंदर, और जिहदे विच उन्हां नूं जिहड़ियां मिठाइयां हन वो सारियां नूं दित्तियां जान और 5 जड़ी हैं टीमां बनाईयां जान और उन्हां नूं 5 टीम नूं 10 तो 15,000 जिहड़ा है वो उन्हां नूं सैलरी बजट दिता जाए ताकि वो इस काम नूं करन। इस तो अगला जड़ा है सोशल मीडिया का पॉइंट है कि फेसबुक चैनल जड़ा केवल इसे काम दे उपर कि वो ईसाइयां दे जड़े फाल्स प्रोपागेंडा है जड़ा फेक उन्हां दा मिरेकल्स चला रहे हैं और उन्होंने ड्रामिया के राही जड़ी है उन्होंने उत्ते पेश किया जाए। और इस चैनल जड़े हैं ये किसी सिख ऑर्गेनाइजेशन या पॉलिटिशियन या किसी होर नूं जड़ा है संप्रदाय नूं वो क्रिटिसाइज ना करन, केवल और केवल ये फोकस करन कि असी जो क्रिश्चियंस जिस तरीके नाल सानू भरमा रहे हैं, सानू सिक्खी तो दूर ले जा रहे हैं, असी किवें उन्हां नूं दोबारा सिक्खी वाले पासे मोड़ सकते हैं। तो ये हैं कुछ सुझाव जड़े मैं आप जी के सामने पेश किए हैं। तो इस तो अलावा साडे कोई भी वीर भैन इस दे बारे अपने विचार देना चाहन या सुझाव देना चाहन, मैं उन्होंने बेनती करांगा कि वो जरूर हैंड रेज करके अपने सवाल और सुझाव दे सकते हैं। मैं इन्हीं को विचार करदे हाँ अनेका भुलां हो गई होणगियां, मैं आप जी तो जिहड़ी है वो खिमा मंगदा होया फतेह बुलांदा हाँ। वाहिगुरू जी का खालसा, वाहिगुरू जी की फतेह। चैट दे विच सरदार रुपिंदर सिंह जी ने, राजेंद्र सिंह मग्गो जी ने लिखा है प्रॉब्लम सॉल्विंग प्रोसेस, डिफाइन द प्रॉब्लम, व्हाट इज द रियल प्रॉब्लम एंड व्हाट आर द सिम्टम्स, brainstorm and list the possible causes of the problem, determine the root cause of the problem, and brainstorm and list the possible solutions. Select the best solutions or solutions, implement the solutions, review and improve on the solutions and the implementation strategies. So बहुत बहुत धन्यवाद राजेंद्र सिंह मग्गो जी। तो मैं आप जी के इस विचार नाल सहमत हाँ और जड़े विचार मैं आप जी दे नाल अपने इस लैक्चर के राही रखे हैं, तो आप उन्होंने बारे अपने कोई कमेंट देना चाहो कि जिमें प्रॉब्लम ये अंदर दर्शाई गई है और किमें उसनों सॉल्यूशन सॉल्व करन दे 8-9 जड़े हैं वो नुकते दसे गए हैं। इस बारे अगर आप जी के कोई विचार हो तो मोस्ट वेलकम, आप जी हैंड रेज करके अपने सवाल जड़े हैं वो डिस्कस कर सकते हो। शायद हरदेव सिंह जी ने हैंड रेज किया है, मैं उन्होंने रिक्वेस्ट करांगा कि वो अपना जड़ा है वो सवाल जड़ा है वो पूछ सकते हैं। सरदार हरदेव सिंह जी। वाहिगुरू जी का खालसा, वाहिगुरू जी की फतेह। मेरी आवाज आ रही? हाँ जी, हाँ जी।
हाँ जी, मैं बहुत बहुत धन्यवाद तुहाड़ा। आपने बड़े सोहने तरीके नाल सर्च करके जो टॉपिक चुने, ये अज दी लोड़ है ते पंथ दर्दियां नूं, मनुखतावादी लोगों नूं ये सब सोचण दीयां गल्लां हैगियां। मगर ज्यों-ज्यों आप जी गल कर रहे सो ते कि किस तरह दी गल्लां होनी चाहीदियां ने, किस तरह होईयां ने, ये सानू अपने आप नज़र आ रहा सी कि शायद ये सारियां गलतियां उन्हां दे छड्ड के साडियां अपणियां गलतियां ने। क्योंकि ਜਿਹੜੇ ਕੰਮ ਉਹਨਾਂ ਨੇ ਕੀਤੇ ਨੇ, ਉਹ ਤਾਂ ਉਹਨਾਂ ਨੇ ਕਰਨੇ ਹੀ ਕਰਨੇ ਨੇ। ਹਰ ਬੰਦਾ ਆਪਣੇ ਧਰਮ ਦੀ ਪ੍ਰਚਾਰ ਕਰਨ ਨੂੰ ਤੁਰਦਾ ਹੈ, ਭਾਵੇਂ ਉਹ ਸਾਧਨ ਕੋਈ ਵੀ ਲਿਆ। ਲੇਕਿਨ ਸਾਡੀਆਂ ਆਪਣੀਆਂ ਗਲਤੀਆਂ ਕਿੰਨੀਆਂ ਨੇ ਕਿ ਕਿਉਂਕਿ ਜਿਹੜਾ ਵੀ ਕੰਮ ਅਸੀਂ ਕੀਤਾ ਹੈ, ਇਹ 700 ਤੁਸੀਂ ਕਿਹਾ ਚਰਚ ਬਣਾਉਣ ਦਾ, ਇਹ ਜਿੰਮਾ ਸਾਡਾ ਆਪਣਾ ਹੈ। ਇਹ ਸਾਡੀ ਐਸਜੀਪੀਸੀ ਹੋਵੇ, ਸਾਡੀਆਂ ਪਾਰਟੀਆਂ ਹੋਣ, ਇਹ ਸਾਰਾ ਅਸੀਂ ਆਪ ਹੀ ਇਹ ਕੰਮ ਕੀਤਾ ਹੈ। ਹੁਣ ਅੱਗੇ ਤੁਸੀਂ ਜਿਹੜੇ ਸੁਜੈਸ਼ਨ ਦਿੱਤੇ ਨੇ ਕਿ ਮੈਂ ਸਮਝਦਾ ਕਿ ਕੋਈ ਹੋਰ ਕੰਮ ਕਰਨਾ, ਉਹਦੇ ਵਾਸਤੇ ਕਿ ਜਦ ਤੱਕ ਇਲੈਕਸ਼ਨ ਦਾ ਸਿਸਟਮ ਸਾਡੇ ਕੋਲ ਹੈ, ਸ਼ਾਇਦ ਅਸੀਂ ਇਹ ਕਰਨ ਵਿੱਚ ਬੜੇ ਨਾਕਾਮਯਾਬ ਰਹਾਂਗੇ। ਕਿਉਂਕਿ ਲੋਕ ਕੰਟਰੀਬਿਊਟ ਕਰਨ ਨੂੰ ਤਾਂ ਤਿਆਰ ਨੇ, ਕੰਟਰੀਬਿਊਟ ਵੀ ਕਰਨਗੇ, ਲੇਕਿਨ ਜਿਹੜਾ ਕੰਟਰੀਬਿਊਟ ਕਰੇਗਾ ਉਹ ਰਿਕਵਰ ਵੀ ਕਰਨ ਦੀ ਕੋਸ਼ਿਸ਼ ਕਰੇਗਾ। ਜੋ ਇਲੈਕਸ਼ਨ ਜਿੱਤਦਾ ਤੇ ਉਹ ਕੰਮ ਪਲੱਸ ਮਾਈਨਸ ਕਰਕੇ ਜ਼ੀਰੋ ਹੀ ਹੋ ਜਾਏਗਾ। ਤੇ ਇਹਦੇ ਵਾਸਤੇ ਸਿਰਫ ਨਿਸ਼ਕਾਮ ਜਥੇਬੰਦੀਆਂ, ਪੰਥ ਦਰਦੀਆਂ ਇਹੀ ਕੰਮ ਕਰ ਸਕਦੀਆਂ ਨੇ, ਜਾਂ ਆਪਣੇ ਜਿਵੇਂ ਸਿੱਖ ਮਿਸ਼ਨਰੀ ਕਾਲਜ ਨੇ ਜਾਂ ਮਿਸ਼ਨਰੀ ਕਾਲਜ ਦੂਸਰੇ ਨੇ, ਇਹੀ ਉਪਰਾਲੇ ਕਰ ਸਕਦੇ ਨੇ। ਕਿਉਂਕਿ ਮੈਂ ਦੇਖਦਾ ਜਿੱਥੇ ਵੀ ਬਹੁਤਾਤ ਵਿੱਚ ਸੰਗਤਾਂ ਆਉਂਦੀਆਂ ਨੇ, ਭਾਵੇਂ ਬੰਗਲਾ ਸਾਹਿਬ, ਸੀਸਗੰਜ, ਦਿੱਲੀ 'ਚ ਲੈ ਲਈਓ, ਤੇ ਉੱਥੇ ਵਿਦੇਸ਼ੀ ਵੀ ਆਉਂਦੇ ਨੇ, ਦੂਸਰੇ ਵੀ ਆਉਂਦੇ ਨੇ। ਕਿੰਨੇ ਕੁ ਬੰਦੇ ਨੇ ਜਿਹੜੇ ਅਸੀਂ ਉਹਨਾਂ ਨੂੰ ਗਾਈਡ ਕਰਨ ਵਾਲੇ ਹਾਂ। ਆਪਣੇ ਬੰਦਿਆਂ ਤੋਂ ਬਹੁਤ ਦੂਰ ਰਹੇ। ਇੰਨਾ ਵੱਡੇ ਹਜੂਮ ਉੱਥੇ ਆਉਣ ਦੇ ਬਾਵਜੂਦ ਕੋਈ ਬੰਦਾ ਇਹੋ ਜਿਹਾ ਨਹੀਂ ਹੁੰਦਾ ਜਿਹੜਾ ਉਹਨਾਂ ਨੂੰ ਅਸੀਂ ਗਾਈਡ ਵੀ ਕਰ ਸਕੀਏ। ਆਪਣਾ ਪ੍ਰਚਾਰ ਤਾਂ ਬਹੁਤ ਦੂਰ ਦੀ ਗੱਲਾਂ, ਜਿਹੜਾ ਇੱਕ ਟੂਰਿਸਟ ਹੈ ਉਹਨੂੰ ਅਸੀਂ ਗਾਈਡ ਕਰਨ ਵਾਸਤੇ ਵੀ ਸਾਡੇ ਕੋਲ ਟਾਈਮ ਜਾਂ ਇੱਕ ਬੰਦਾ ਅਵੇਲੇਬਲ ਨਹੀਂ ਹੈ। ਜੇ ਕੋਈ ਗਲਤੀ ਨਾਲ ਕਰ ਵੀ ਲੈਂਦਾ, ਮੇਰੇ ਵਰਗਾ ਅੱਧੀ ਇੰਗਲਿਸ਼ ਅੱਧੀ ਪੰਜਾਬੀ ਬੋਲ ਕੇ, ਨਾ ਉਹਨੂੰ ਸਮਝ ਆਉਂਦੀ ਤੇ ਨਾ ਮੈਂ ਅਸੀਂ ਸਮਝਾ ਪਾਉਂਦੇ ਹਾਂ। ਸੋ ਇਹ ਬੜਾ ਜਟਿਲ ਵਿਸ਼ਾ ਹੈ। ਇਹਦੇ ਵਿੱਚ ਮੈਂ ਸਮਝਦਾ ਹੋਰ ਕੰਮ ਕਰਨ ਦੀ ਲੋੜ ਹੈ। ਖਾਸ ਤੌਰ ਤੇ ਨਿਸ਼ਕਾਮ ਜਥੇਬੰਦੀਆਂ ਜਿਹੜੀਆਂ ਖਾਸ ਤੌਰ ਤੇ ਸਹੀ ਰਾਹ ਤੇ ਚੱਲ ਕੇ ਸਿੱਖੀਜ਼ਮ ਦਾ ਪ੍ਰਚਾਰ ਕਰ ਰਹੀਆਂ, ਉਹੀ ਕਰ ਸਕਦੀਆਂ ਨੇ। ਇੰਨੀ ਕੁ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹਰਦੇਵ ਸਿੰਘ ਜੀ, ਆਪ ਜੀ ਨੇ ਠੀਕ ਕਿਹਾ ਹੈ। ਮੈਂ ਅੱਜ ਦਾ ਜਿਹੜਾ ਵਿਸ਼ਾ ਛੇੜਿਆ ਹੈ, ਇਟ ਇਜ਼ ਜਸਟ ਅ ਬਿਗਨਿੰਗ, ਇਟ ਇਜ਼ ਨਾਟ ਦੀ ਐਂਡ, ਇਟ ਇਜ਼ ਜਸਟ ਅ ਟਿਪ ਆਫ ਦਾ ਆਈਸਬਰਗ ਜਿਹਨੂੰ ਕਹਿੰਦੇ ਨੇ। ਕਿ ਇਹ ਜੋ ਪ੍ਰਤੀਤ ਹੋਇਆ ਹੈ ਉਹ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, ਤੇ ਬਾਕੀ ਪੰਥ ਨੇ ਇਸ ਬਾਰੇ ਸੋਚਣਾ ਹੈ ਕਿ ਕਿਸ ਤਰ੍ਹਾਂ ਕੀਤਾ ਜਾਏ। ਕੁਝ ਜਿਹੜੇ ਸੁਝਾਅ ਦਿੱਤੇ ਗਏ ਹਨ, ਉਹਨਾਂ ਚੋਂ ਮੋਸਟਲੀ ਜਿਹੜੇ ਸੁਝਾਅ ਹਨ ਉਹ ਜਿਹੜੇ ਨਿਸ਼ਕਾਮ ਹੀ ਤਰੀਕੇ ਦੇ ਨਾਲ ਪੂਰੇ ਕੀਤੇ ਜਾ ਸਕਦੇ ਹਨ। ਇਹ ਨਹੀਂ ਹੈ ਕਿ ਜਿਹੜੇ ਨਿਸ਼ਕਾਮ ਜਥੇਬੰਦੀਆਂ ਹਨ ਉਹਨਾਂ ਕੋਲ ਫੰਡਸ ਨਹੀਂ ਹੈਗੇ, ਉਹਨਾਂ ਕੋਲ ਫੰਡਸ ਵੀ ਹਨ। ਔਰ ਕਈ ਐਸੇ ਮਾਇਆਧਾਰੀ ਹਨ ਜਿਹੜੇ ਕਿ ਗੁਰਮੁਖਤਾਈ ਦੇ ਬਾਰੇ ਸੋਚਦੇ ਹਨ ਔਰ ਉਸ ਪਾਸੇ ਵੱਲ ਕੰਮ ਵੀ ਕਰ ਰਹੇ ਹਨ। ਤੋ ਅਗਰ ਉਹਨਾਂ ਨੂੰ ਰਾਈਟ ਤਰੀਕੇ ਨਾਲ ਉਹਨਾਂ ਨੂੰ ਅਪਰੋਚ ਕੀਤਾ ਜਾਏ, ਇਹ ਪੰਥ ਦੇ ਵਿੱਚ ਇੱਕ ਵਿਸ਼ਾ ਜਿਹੜਾ ਛੇੜਿਆ ਜਾਏ। ਮੈਂ ਨਹੀਂ ਦੇਖਿਆ ਵੀ ਕਿਸੇ ਹੋਰ ਫੋਰਮ ਦੇ ਉੱਪਰ ਇਸ ਬਾਰੇ ਕਦੀ ਕਿਸੇ ਨੇ ਗੱਲ ਵੀ ਕੀਤੀ ਹੋਵੇ, ਜਾਂ ਪੰਜਾਬ ਵਿੱਚ ਵੀ ਵੱਡੇ ਪੱਧਰ ਤੇ ਗੱਲ ਕੀਤੀ ਹੋਵੇ। ਹਾਂ, ਇੱਕ ਆਪਦਾ ਘਰ ਘਰ ਅੰਦਰ ਧਰਮਸ਼ਾਲਾ ਕਰ ਦਿੱਤਾ ਹੈ, ਲੇਕਿਨ ਉਸ ਨੂੰ ਇੰਪਲੀਮੈਂਟੇਸ਼ਨ ਉਹਦੀ ਦੇਖਣੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੁੰਦੀ ਹੈ। ਤੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਮੈਂ ਬੇਨਤੀ ਕਰਾਂ ਹਰਵਿੰਦਰ ਸਿੰਘ ਜੀ ਨੂੰ, ਉਹ ਆਪਣਾ ਹੈਂਡ ਰੇਜ਼ ਉਹਨਾਂ ਦਾ ਕੀਤਾ, ਉਹ ਆਪਣਾ ਜਿਹੜੇ ਹਨ ਵਿਚਾਰ ਆਪਣੇ ਦੇਣ ਜੀ। ਸਰ ਹਰਵਿੰਦਰ ਸਿੰਘ। ਹਾਂਜੀ ਵੀਰ ਜੀ, ਤਜਿੰਦਰ ਸਿੰਘ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਸੋਹਣਾ ਤੁਸੀਂ ਟੌਪਿਕ ਕੀਤਾ। ਦਿਸ ਹੈਜ਼ ਬੀਨ ਇਨ ਮਾਈ ਮਾਈਂਡ ਫॉर ਅ ਲੌਂਗ ਟਾਈਮ ਐਂਡ ਆਈ ਐਮ ਗਲੈਡ ਕਿ ਤੁਸੀਂ ਇਹ ਸ਼ੁਰੂ ਡਿਸਕਸ਼ਨ ਕੀਤੀ ਹੈ ਇਸ ਬਾਰੇ। ਕਈ ਉਪਰਾਲੇ ਮੈਂ ਲੋਕਾਂ ਨੇ ਕੀਤੇ ਨੇ ਡਿਫਰੈਂਟ ਫੋਰਮਸ ਤੇ। ਫੀਨਿਕਸ ਗੁਰਦੁਆਰੇ ਦਾ ਇੱਥੇ ਇੱਕ ਫੋਰਮ ਹੈ, ਫੀਨਿਕਸ ਗਰੁੱਪ, ਉੱਥੇ ਵੀ ਲੋਕਾਂ ਨੇ ਆ ਕੇ ਲੈਕਚਰ ਦਿੱਤੇ ਨੇ। ਬਟ ਲੋਕੀ ਲੈਕਚਰ ਦੇ ਕੇ ਚਲੇ ਜਾਂਦੇ ਨੇ, ਸਭ ਫਿਜ਼ਲ ਆਊਟ ਹੋ ਜਾਂਦਾ ਹੈ, ਕੋਈ ਐਕਸ਼ਨ ਨਹੀਂ ਹੋ ਪਾਉਂਦਾ। ਤੇ ਜੋ ਹਰਦੇਵ ਸਿੰਘ ਜੀ ਨੇ ਕਿਹਾ, ਵਾਕਈ ਇਹ ਸਾਡੀ ਗਲਤੀ ਹੈ ਕਿ ਸਾਡੇ ਜੋ ਕਮੇਟੀਜ਼ ਹੈਗੀ ਹੈ ਐਸਜੀਪੀਸੀ ਤੇ ਅਕਾਲ ਤਖਤ, ਉਹਨਾਂ ਨੇ ਕੋਈ ਉਪਰਾਲਾ ਨਹੀਂ ਕੀਤਾ, ਕੋਈ ਐਫਰਟ ਨਹੀਂ ਕੀਤੀ
ਖੜੇ ਹੋ ਕੇ ਦੇਖਦੇ ਰਹੇ ਜੋ ਹੋ ਰਿਹਾ ਹੋਣ ਦਿੱਤਾ। ਜੋ ਤੁਸੀਂ ਗੱਲ ਕੀਤੀ ਸੀ, ਮੇਰੇ ਖਿਆਲ ਵਿੱਚ ਇਹੀ ਖਿਆਲ ਆਉਂਦਾ ਹੈ ਕਿ ਇੰਡੀਆ ਵਿੱਚ ਜੋ ਬਾਕੀ ਸਟੇਟ ਨੇ ਕੀਤਾ ਹੈ ਸੋਲੂਸ਼ਨ, ਜਿਹਦੇ ਨਾਲ ਸੋਲੂਸ਼ਨ ਹੈਗਾ ਉਹਨਾਂ ਕੋਲ, ਕਿ ਉਹਨਾਂ ਨੇ ਇਸ ਤਰ੍ਹਾਂ ਦੇ ਪ੍ਰਚਾਰ ਨੂੰ ਪੋਲੀਟੀਕਲੀ ਸਟੇਟ ਵਿੱਚ ਬੈਨ ਕੀਤਾ ਹੈ। ਇਸ ਤਰ੍ਹਾਂ ਦਾ ਬੈਨ ਕਿਉਂ ਨਹੀਂ ਹੋ ਸਕਦਾ ਪੰਜਾਬ ਵਿੱਚ? ਹੁਣ ਕਾਂਗਰਸ ਵੀ ਨਹੀਂ ਹੈ, ਬੀਜੇਪੀ ਵੀ ਨਹੀਂ ਹੈ, ਆਪ ਪਾਰਟੀ ਹੈ। ਜਿਸ ਤਰ੍ਹਾਂ ਦਾ ਕਿਸਾਨ ਮੋਰਚਾ ਸਿੱਖਾਂ ਨੇ ਲਗਾਇਆ ਸੀ ਦਿੱਲੀ, ਇਸ ਤਰ੍ਹਾਂ ਦਾ ਮੋਰਚਾ ਅਗਰ ਡਿਟਰਮਿਨ ਕਰਕੇ ਪੰਜਾਬ ਵਿੱਚ ਦੀ ਕੈਪੀਟਲ ਵਿੱਚ ਲਗਾਇਆ ਜਾਏ, ਗਵਰਨਮੈਂਟ ਨੂੰ ਪੁਸ਼ ਕੀਤਾ ਜਾਏ, ਪੀਪਲਸ ਪਾਵਰ ਇਜ਼ ਵੈਰੀ ਵੈਰੀ ਸਟਰੋਂਗ, ਐਨੀਥਿੰਗ ਕੈਨ ਬੀ ਡਨ। ਵੀ ਕੈਨੋਟ ਡਿਪੈਂਡ ਔਨ ਪੀਪਲ ਟੂ ਕਿ ਸਾਡੇ ਵਾਸਤੇ ਕੋਈ ਕਰੇਗਾ। ਸਾਨੂੰ ਗਰੁੱਪ ਬਣਾ ਕੇ ਜੋ ਉੱਥੇ ਰਹਿੰਦੇ ਨੇ ਪਹੁੰਚ ਕੇ ਕਰਨਾ ਪਏਗਾ। ਇਹੀ ਮੈਨੂੰ ਇੱਕ ਸੋਲੂਸ਼ਨ ਨਜ਼ਰ ਆਉਂਦਾ ਹੈ, ਕਿਉਂਕਿ ਇਮੀਡੀਏਟ ਸੋਲੂਸ਼ਨ ਇਹੀ ਹੈ ਟੂ ਫਾਇਰ, ਟੂ ਪੁੱਟ ਦ ਫਾਇਰ ਆਊਟ। ਉਹਦੇ ਬਾਅਦ ਜੋ ਅਸੀਂ ਸਾਰੇ ਇੰਨੇ ਸਾਲਾਂ ਤੋਂ ਜੋ ਗਲਤੀਆਂ ਕੀਤੀਆਂ ਨੇ ਉਹ ਸੁਧਾਰਨੀਆਂ ਨੇ, ਕਿ we have to get our act together. This will put pressure on SGPC ki what is the power of people and Akal Takht. Maybe we can throw them out and bring new people there. This has to be part of our plan. I'm sorry to say that, but we have to be bold. Asi bold kaum hai gaya. We have to verbalize it amongst ourselves right now. Don't have to let this out and make a action committee ki jis tarah baki state vich ho sakta hai to kyun Punjab vich nahi ho sakta? Bilkul ho sakta hai. एक मोर्चा तैयार करके करन कोशिश, कोई सेंट्रल गवर्नमेंट उत्थे इंटरफियर नहीं करेगी, मेरा नहीं ख्याल है। अगर मेरे कोई गलती हुई है तो भुल चुक माफ करनी वीर जी। वाहिगुरु जी का खालसा, वाहिगुरु जी की फतेह। बहुत बहुत धन्यवाद रविंदर सिंह जी, आप जी ने बड़े सोहने अपने विचार देते हैं। मैं हुण बेनती करांगा साडे वीर रजिंदर सिंह मग्गो जी, जिन्होंने अपने चैट अंदर भी लिखे हैं, वो अपने विषय नूं विचारां नूं थोड़ा जिहा संगत दे नाल साझा कर लें। रजिंदर सिंह मग्गो जी। वाहिगुरु जी का खालसा, वाहिगुरु जी की फतेह जी। हाँ जी, ये सारे प्रॉब्लम ਜਾਂ ਸਵਾਲ ਤੇ ਕੁਝ ਵੀ ਕਰਨ ਤੋਂ ਪਹਿਲਾਂ ਇਹ ਸੋਚਣਾ ਚਾਹੀਦਾ ਸਾਨੂੰ ਕਿ ਦੁਨੀਆ ਦੇ ਵਿੱਚ ਤੇ ਭਾਰਤ ਦੇ ਵਿੱਚ ਵੀ ਰਿਲੀਜੀਅਸ ਫਰੀडम ਜਿਹੜੀ ਹੈਗੀ ਹੈ ਨਾ, ਉਹ ਬੇਸਿਕ ਹਿਊਮਨ ਰਾਈਟ ਹੈ। ਸੋ ਉਹ ਕਨਸਟੀਟਿਊਸ਼ਨਲ ਰਾਈਟ ਵੀ ਹੈ ਤੇ ਲੀਗਲ ਰਾਈਟ ਵੀ ਹੈ। ਸੋ ਇਹ ਆਪਣੇ ਮਨ ਦੇ ਵਿੱਚ ਰੱਖ ਕੇ ਇਸ ਤੋਂ ਅੱਗੇ ਚੱਲਣਾ ਪਵੇਗਾ, ਕਿਉਂਕਿ ਸਾਡੇ ਸਿੱਖ ਬਾਹਰ ਦੂਜੇ ਕੰਟਰੀਜ਼ ਦੇ ਵਿੱਚ ਵੀ ਰਹਿੰਦੇ ਹਨ। ਹਰ ਜਗ੍ਹਾ ਗੁਰਦੁਆਰੇ ਬਣਦੇ ਹਨ ਤੇ ਹਰ ਜਗ੍ਹਾ ਉਹ ਆਪਣੀ ਸਿੱਖੀ ਦਾ ਪ੍ਰਚਾਰ ਵੀ ਕਰਦੇ ਹਨ। ਇੱਥੋਂ ਤੱਕ ਕਿ ਮੈਂ ਇੱਥੇ ਸ਼ਿਕਾਗੋ ਦੇ ਵਿੱਚ ਰਹਿੰਦਾ, USA ਦੇ ਵਿੱਚ। ਅਸੀਂ ਇੱਥੇ ਅਪ੍ਰੈਲ ਦਾ ਮਹੀਨਾ ਸਟੇਟ ਆਫ ਇਲੀਨੋਏ ਦੇ ਵੱਲੋਂ ਸਿੱਖ ਅਵੇਅਰਨੈਸ ਐਂਡ ਸਿੱਖ ਅਪਰੀਸੀਏਸ਼ਨ ਮੰਥ ਘੋਸ਼ਿਤ ਕਰਵਾਇਆ ਸੀ, ਤਾਂ ਕਿ ਸਿੱਖਾਂ ਦੇ ਬਾਰੇ ਅਵੇਅਰਨੈਸ ਇੱਥੇ ਹੋ ਸਕੇ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਜੋ ਪ੍ਰੋਬਲਮ ਤੁਹਾਡੇ ਉੱਥੇ ਆ ਰਹੀ ਹੈ ਉਸ ਨੂੰ ਕਾਊਂਟਰ ਨਾ ਕੀਤਾ ਜਾਵੇ, ਪਰ ਉਹਦੇ ਲਈ ਕਾਫੀ ਸਮਝਦਾਰੀ ਵਾਲੇ ਸਟੈਪ ਲੈਣੇ ਪੈਣਗੇ। ਸਭ ਤੋਂ ਵੱਧ ਜਿਹੜੀ ਚੀਜ਼ ਇਸ ਦੇ ਅਗੇਂਸਟ ਲੱਗ ਰਹੀ ਹੈ ਮੈਨੂੰ, ਕਿ ਉਹਨਾਂ ਕੋਲ ਫੰਡਿੰਗ ਹੈ ਬਹੁਤ, ਉਹਨਾਂ ਕੋਲ ਅਥਾਹ ਪੈਸਾ ਹੈ ਜਿਹੜਾ ਕਿ ਉਹ ਖਰਚ ਕਰ ਸਕਦੇ ਹਨ। ਇਸ ਦੇ ਬਾਰੇ ਸੁਣਿਆ ਸੀ ਕਿ ਇੰਡੀਅਨ ਗਵਰਨਮੈਂਟ ਨੇ ਕੁਝ ਮੈਜਰਸ ਲਏ ਸੀ ਅਗੇਂਸਟ, ਜਿਹੜੇ ਉਹਨਾਂ ਨੇ ਕੁਝ ਬਣਾਏ, ਮੈਨੂੰ ਉਹਨਾਂ ਦੇ ਨਾਮ ਨਹੀਂ ਪਤਾ, ਪਰ ਉਹ ਇਸ ਤਰ੍ਹਾਂ ਦੇ ਉਹਨਾਂ ਨੇ ਲਾਅ ਬਣਾਏ ਨੇ ਕਿ ਬਾਹਰੋਂ ਲੋਕੀ ਪੈਸੇ ਨਹੀਂ ਭੇਜ ਸਕਦੇ। ਤੇ ਜਿੱਥੋਂ ਤੱਕ ਮੈਨੂੰ ਕਿਸੇ ਤੋਂ ਪਤਾ ਚੱਲਿਆ ਸੀ ਕਿ ਉਹਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਇਹੋ ਹੀ ਕ੍ਰਿਸਚੀਅਨ ਮਿਸ਼ਨਰੀਜ਼ ਦਾ ਜਿਹੜਾ ਉੱਥੇ ਇੰਡੀਆ ਦੇ ਵਿੱਚ ਹੋ ਰਿਹਾ ਹੈ, ਕਿਉਂਕਿ ਦੂਜੇ ਜਿਹੜੇ ਮੇਨ ਸਟ੍ਰੀਮ ਧਰਮ ਹੈ, ਹਿੰਦੂ ਧਰਮ ਵੀ, ਉਹਨਾਂ ਨੂੰ ਵੀ ਇਸ ਬਾਰੇ ਬਹੁਤ ਚਿੰਤਾ ਹੈ, ਕਿਉਂਕਿ ਉਹਨਾਂ ਦੇ ਜਿਹੜੇ ਟਰਾਈਬਲ ਏਰੀਏ ਨੇ, ਅਸਾਮ ਹੈ, ਮਿਜ਼ੋਲੈਂਡ ਹੈ, ਉੱਧਰ ਸਾਰੇ ਪਾਸੇ ਉਹ ਕਾਫੀ ਫੈਲਾਅ ਹੈ। ਉਹਨਾਂ ਨੇ ਤਾਂ ਕਾਫੀ ਇਸ ਬਾਰੇ ਕਈ ਵਾਇਲੈਂਸ ਵੀ ਕੀਤੀ ਹੈ। ਸੋ ਅਸੀਂ ਉਸ ਪਾਸੇ ਨਹੀਂ ਸਾਨੂੰ ਜਾਣ ਦੀ ਲੋੜ, ਤੇ ਉਹਦੇ ਨਾਲ ਉਹਨਾਂ ਦੀ ਵੀ ਬਦਨਾਮੀ ਵੀ ਹੁੰਦੀ ਹੈ ਔਰ ਬਾਹਰ ਬਦਨਾਮੀ ਹੁੰਦੀ ਹੈ। ਸੋ ਤੁਹਾਨੂੰ ਯਾਦ ਹੋਵੇਗਾ ਕਿ ਮੋਦੀ ਸਾਹਿਬ ਦਾ ਅਮਰੀਕਾ ਦਾ ਵੀਜ਼ਾ ਕੈਂਸਲ ਹੋ ਗਿਆ ਸੀ ਇੱਕ ਵਾਰੀ 14 ਤੋਂ ਪਹਿਲਾਂ, ਮੇਰੇ ਖਿਆਲ 2012 ਵਗੈਰਾ ਦੇ ਵਿੱਚ। ਤਾਂ ਉਹਨਾਂ ਦੇ ਵਿੱਚ ਇਹੋ ਹੀ ਕਾਰਨ ਸੀ ਕਿ ਗੁਜਰਾਤ ਦੇ ਵਿੱਚ ਜੋ ਵਾਇਲੈਂਸ ਹੋਈ ਸੀ।
ਤੇ ਹੋਰ ਵੀ ਜਿਸ ਤਰ੍ਹਾਂ ਚਰਚ ਸੜੇ ਸੀ ਜਾਂ ਪਾਦਰੀਆਂ ਨੂੰ ਮਾਰਿਆ ਗਿਆ ਸੀ। ਸੋ ਸਾਨੂੰ ਉਹਨਾਂ ਚੀਜ਼ਾਂ ਤੋਂ ਤਾਂ ਪੂਰਾ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਬਾਅਦ ਜਿਸ ਤਰ੍ਹਾਂ ਤੁਸੀਂ ਵੀ ਕਿਹਾ ਤਾਂ ਹੋਰਨਾਂ ਸੱਜਣਾਂ ਨੇ ਵੀ ਕਿਹਾ ਕਿ ਕਈ ਸਾਡੇ ਆਪਣੇ ਕਸੂਰ ਹਨ ਜਿਹਦੇ ਵਿੱਚ ਕਿ ਅਸੀਂ ਮਜ਼੍ਹਬੀ ਸਿੱਖਾਂ ਨੂੰ ਤੇ ਦਲਿਤਾਂ ਨੂੰ ਉਹਨਾਂ ਦੇ ਨਾਲ ਡਿਸਕ੍ਰਿਮੀਨੇਸ਼ਨ ਕਰਦੇ ਰਹੇ ਹਾਂ। ਗੁਰਦੁਆਰਿਆਂ ਦੇ ਵਿੱਚ ਵੜਨ ਨਹੀਂ ਦੇਣਾ ਜਾਂ ਉਹਨਾਂ ਨੂੰ ਪ੍ਰਸ਼ਾਦ ਦੂਜੇ ਪਾਸੇ ਪ੍ਰਸ਼ਾਦ ਨਹੀਂ ਦੇਣਾ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ। ਸੋ ਬਜਟ ਤੇ ਜ਼ਰੂਰੀ ਹੈ, ਫੰਡਿੰਗ ਜ਼ਰੂਰੀ ਹੈ। ਉਸ ਦੇ ਨਾਲ ਖਾਲੀ ਇਹ ਨਹੀਂ ਕਿ ਕਿਸੇ ਪ੍ਰੋਬਲਮ ਤੇ ਤੁਸੀਂ ਇੰਨੇ ਸਾਰੇ ਪੈਸੇ ਸੁੱਟੋ ਤੇ ਪ੍ਰੋਬਲਮ ਚਲੀ ਜਾਏਗੀ। ਉਹਦੇ ਨਾਲ ਕੰਮ ਵੀ ਕਰਨਾ ਪੈਂਦਾ, ਜਿਵੇਂ ਧਰਮ ਪ੍ਰਚਾਰ ਦਾ, ਸੋਸ਼ਲ ਸਰਵਿਸਿਜ਼ ਦਾ। ਔਰ ਇਹ ਉਹਨਾਂ ਨੂੰ ਜਿਹੜੇ ਲੋਕੀ ਇਹਨਾਂ ਤੋਂ ਪੀੜਤ ਹਨ ਉਹਨਾਂ ਦੀ ਮਦਦ ਕਰਨ ਦਾ ਉਹ ਸਾਰੇ ਪ੍ਰੋਗਰਾਮ ਵੀ ਹੋਣੇ ਚਾਹੀਦੇ ਨੇ। ਮੈਨੂੰ ਥੋੜਾ ਬਹੁਤ ਆਈਡੀਆ ਹੈ ਕਿ ਕਈ ਲੋਕ ਕਰ ਵੀ ਰਹੇ ਨੇ, ਪਰ ਉਹ ਕਿੰਨੇ ਐਫੀਸ਼ੀਐਂਟ ਨੇ, ਕਿੱਥੋਂ ਤੱਕ ਪਹੁੰਚੇ ਨੇ, ਇਸ ਦਾ ਪਤਾ ਨਹੀਂ। ਸੋ ਇਸ ਦੇ ਨਾਲ ਜੇ ਦੂਜੇ ਧਰਮਾਂ ਵਾਲੇ ਲੋਕ ਕੁਝ ਇਸ ਨੂੰ ਕਰਨ ਲਈ ਕਰ ਰਹੇ ਨੇ ਤੇ ਕੋਈ ਇੰਨਾ ਮਾੜਾ ਆਈਡੀਆ ਨਹੀਂ ਹੈ ਕਿ ਉਹਨਾਂ ਦੇ ਨਾਲ ਐਲਾਈਜ਼ ਬਣ ਸਕੀਏ ਜਾਂ ਉਹਨਾਂ ਤੋਂ ਸਿੱਖ ਸਕੀਏ ਕਿ ਉਹ ਕੀ ਕਰ ਰਹੇ ਹਨ। ਹਾਲਾਂਕਿ ਅਸੀਂ ਉਹਨਾਂ ਵਾਲੀ ਵਾਇਲੈਂਸ ਵਾਲੀ ਸਟ੍ਰੈਟਜੀ ਨਹੀਂ ਅਪਲਾਈ ਕਰ ਸਕਦੇ, ਪਰ ਜ਼ਰੂਰ ਉਹਨਾਂ ਦੀਆਂ ਚੰਗੀਆਂ ਚੀਜ਼ਾਂ ਕਰ ਸਕਦੇ ਹਾਂ। ਕਿਸੇ ਹੋਰ ਜਗ੍ਹਾ ਤੇ ਕਿਸੇ ਸੱਜਣ ਨੇ ਇਹ ਕਿਹਾ ਸੀ ਕਿ ਇੰਡੀਆ ਦੇ ਵਿੱਚ ਉਹਨਾਂ ਨੇ ਕੋਈ 200 IAS ਅਫਸਰ ਚੰਗੇ ਪੜ੍ਹੇ ਲਿਖੇ ਦਿਮਾਗਾਂ ਵਾਲੇ ਇਸ ਪਾਸੇ ਲਾਏ ਹੋਏ ਹਨ। ਉਹ ਕੀ ਕਰਦੇ ਹਨ ਉਹ ਵੀ ਸਿੱਖਣ ਦੀ ਲੋੜ ਹੈ। ਔਰ ਉਹਨਾਂ ਨੂੰ ਬਿਲਕੁਲ ਉਸੇ ਤਰ੍ਹਾਂ ਨਹੀਂ, ਪਰ ਆਪਣੀ ਸੂਰਤ ਵਿੱਚ ਢਾਲ ਕੇ ਜੋ ਕਿ ਸਾਡੇ ਲਈ ਸਿੱਖੀ ਅਸੂਲਾਂ ਦੇ ਲਈ ਠੀਕ ਹੈ ਉਹ ਕਰਨ ਦੀ ਲੋੜ ਹੈ, ਅਗਰ ਉਹ ਕੀਤਾ ਜਾ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਰਜਿੰਦਰ ਸਿੰਘ ਮੱਕੋ ਜੀ, ਆਪ ਜੀ ਨੇ ਬੜੇ ਵਿਸਤਾਰ ਨਾਲ ਆਪਣੇ ਪੁਆਇੰਟ ਜਿਹੜੇ ਸਾਹਮਣੇ ਰੱਖੇ ਹਨ ਔਰ ਬੜੇ ਇੰਪੋਰਟੈਂਟ ਪੁਆਇੰਟ ਆਪ ਜੀ ਨੇ ਦੱਸੇ ਹਨ। ਤੇ ਲੋੜ ਹੈ ਕਿ ਅਸੀਂ ਇਹਨਾਂ ਦੇ ਉੱਪਰ ਬੈਠ ਕਰਕੇ ਵਿਚਾਰ ਕਰੀਏ ਤੇ ਇਹਨਾਂ ਦੀ ਇੰਪਲੀਮੈਂਟੇਸ਼ਨ ਵਾਲੇ ਪਾਸੇ ਵਧੀਏ। ਤੋ ਅੱਗੇ ਹੈਂਡ ਰੇਜ਼ ਹੈ ਵੀਰ ਪਰਵਿੰਦਰ ਸਿੰਘ ਜੀ ਦਾ। ਮੈਂ ਬੇਨਤੀ ਕਰਾਂਗਾ ਕਿ ਉਹ ਆਪਣਾ ਅਨਮਿਊਟ ਕਰਕੇ ਆਪਣੀ ਗੱਲ ਕਰਨ। ਪਰਵਿੰਦਰ ਸਿੰਘ ਜੀ। ਪਰਵਿੰਦਰ ਸਿੰਘ ਜੀ। ਹੁਣ ਅਨਮਿਊਟ ਹੋ ਗਿਆ ਜੀ, ਮਿਹਰਬਾਨੀ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਤੁਸੀਂ ਬਿਲਕੁਲ ਠੀਕ ਗੱਲ ਕਰ ਰਹੇ ਹੋ ਸਾਰੇ ਦੇ ਸਾਰੇ ਕਿ ਵੀ ਪ੍ਰੋਬਲਮ ਬੜੀ ਐਕਿਊਟ ਹੈਗੀ ਹੈ ਔਰ ਪ੍ਰੋਬਲਮ ਨੂੰ ਇਹਨੂੰ ਟੈਕਲ ਕਰਨਾ ਪਏਗਾ। ਬੜੇ ਮੈਜਰਸ ਤੁਸੀਂ ਦਿੱਤੇ ਹੈਗੇ ਨੇ, ਬਟ ਤੁਸੀਂ ਇੱਕ ਚੀਜ਼ ਕਹੀ ਕਿ ਜਦੋਂ ਅੱਗ ਲੱਗੇ ਤੇ ਕਾਰਨ ਨਹੀਂ ਢੂੰਡਣੇ ਪੈਂਦੇ ਹੈਗੇ। ਕਾਰਨ ਉਸ ਟਾਈਮ ਢੂੰਡੋਗੇ ਤੇ ਟਾਈਮ ਜ਼ਾਇਆ ਹੋਏਗਾ। ਬਟ ਚੱਕਰ ਹੈਗਾ ਕਿ ਜਿੱਥੋਂ ਪਾਣੀ ਦਾ ਸੋਰਸ ਹੈਗਾ ਸਾਡਾ SGPC, ਉਹ ਹੀ ਜੇ ਕੰਮ ਨਾ ਕਰੇ, ਉਹ ਪਾਣੀ ਬਿਲਕੁਲ ਬੰਦ ਕਰ ਦੇਵੇ ਤੇ ਅੱਗ ਨੂੰ ਬੁਝਾਉਣਾ ਥੋੜਾ ਮੁਸ਼ਕਿਲ ਹੋ ਜਾਂਦਾ ਹੈਗਾ। ਤੇ ਖੈਰ ਉਹੀ ਚੀਜ਼ ਚੱਲਦੀ ਰਹੇਗੀ। ਸਾਰੀ ਚੀਜ਼ਾਂ ਤੁਸੀਂ ਉਹਦੇ ਵਿੱਚ ਕਾਫੀ ਟੈਕਲ ਕੀਤੀਆਂ ਹੈਗੀਆਂ ਨੇ, ਗੱਲ ਸੁਜੈਸ਼ਨ ਦਿੱਤੀਆਂ। ਬਟ ਇੱਕ ਸੁਜੈਸ਼ਨ ਸਰ ਮੇਰੀ ਜੇ ਪੋਸੀਬਲ ਹੋਵੇ ਤੇ ਕਿ ਬਈ ਜਿਹੜੇ ਅੱਜ ਦੇ ਪ੍ਰਚਾਰਕ ਅਜੇ ਆਲਰੇਡੀ ਚੱਲ ਰਹੇ ਨੇ, ਭਾਈ ਪਿੰਦਰਪਾਲ ਸਿੰਘ ਜੀ ਜਾਂ ਸਰ ਕੁਲਵੰਤ ਸਿੰਘ ਜੀ ਲੁਧਿਆਣਾ ਤੋਂ, ਇਹਨਾਂ ਲੋਕਾਂ ਨੂੰ ਅਪਰੋਚ ਕਰਕੇ ਕਿ ਇਹਨਾਂ ਦੇ ਜਿੱਥੇ ਵੀ ਲੈਕਚਰ ਹੋਣ ਜਾਂ ਜਿੱਥੇ ਵੀ ਹੋਣ ਉੱਥੇ ਲੋਕਾਂ ਨੂੰ ਸਮਝਾਉਣ ਕਿ ਬਈ ਇਹ ਝੂਠੇ ਤੇ ਕਾਲਪਨਿਕ ਚੀਜ਼ਾਂ ਤੁਹਾਨੂੰ ਦੱਸੀਆਂ ਜਾ ਰਹੀਆਂ ਹੈਗੀਆਂ ਨੇ, ਇਹਨਾਂ ਦੇ ਉੱਤੇ ਰਿਲਾਈ ਕਰੋਗੇ ਤੇ ਤੁਸੀਂ ਆਪ ਪਛਤਾਓਗੇ। ਉੱਥੇ ਗੁਰੂ ਨਾਨਕ ਦੇਵ ਜੀ ਦੀ ਸਾਰੀ ਜਿਹੜੀ ਸਿੱਖਿਆ ਹੈਗੀ ਏ ਉਹਨੂੰ ਦੁਬਾਰਾ ਇੱਕ ਵਾਰ ਰਿਪੀਟ ਕਰਕੇ ਸਮਝਾਇਆ ਜਾਏ ਤੇ ਇਹ ਚੀਜ਼ ਜੇ ਪੋਸੀਬਲ ਹੋਏ, ਕਿਉਂਕਿ ਆਪਣੇ ਸਿੱਖ ਮਿਸ਼ਨਰੀ ਕਾਲਜ ਵੱਲੋਂ ਹੀ ਜੇ ਉਹਨਾਂ ਲੋਕਾਂ ਨੂੰ ਅਪਰੋਚ ਕੀਤਾ ਜਾਏ ਜਾਂ ਕੁਝ ਕੀਤਾ ਜਾਏ ਜਾਂ ਇੰਡੀਵਿਜੂਅਲੀ ਉਹਨਾਂ ਨੂੰ ਅਪਰੋਚ ਕੀਤਾ ਜਾਏ ਕਿ ਬਈ ਇਸ ਪ੍ਰੋਬਲਮ ਨੂੰ ਟੈਕਲ ਕਰਨੇ 'ਚ ਤੁਸੀਂ ਹੈਲਪ ਕਰੋ, ਤੇ ਸ਼ਾਇਦ ਕੋਈ ਰਿਜ਼ਲਟ ਕਿਧਰੇ ਨਾ ਕਿਧਰੇ ਆਉਣਾ ਸ਼ੁਰੂ ਹੋ ਸਕਦਾ ਹੈ। ਮੇਰੀ ਸੁਜੈਸ਼ਨ ਹੈ ਇਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਪਰਵਿੰਦਰ ਸਿੰਘ ਜੀ, ਵੈਰੀ ਗੁੱਡ ਸਜੈਸ਼ਨਸ। ਮੈਂ ਬੇਨਤੀ ਕਰਾਂਗਾ ਕਿ iPhone 7133058950 ਜਿਹੜਾ ਹੈ ਉਹਨਾਂ ਨੂੰ ਬੇਨਤੀ ਹੈ ਕਿ ਅਨਮਿਊਟ ਕਰਕੇ ਆਪਣੀ ਗੱਲ ਕਰ ਲੈਣ ਜੀ। iPhone 7133058950। ਹੈਲੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਸੁਜੈਸ਼ਨਾਂ ਤੇ ਬਹੁਤ ਵਧੀਆ ਨੇ ਸਾਰੇ ਪਾਸਿਓਂ ਹੀ, ਸਪੈਸ਼ਲੀ
ਮਾਗੋ ਜੀ ਨੇ ਬਹੁਤ ਵਧੀਆ ਸੁਜੈਸ਼ਨ ਦਿੱਤੀ ਹੈ। ਤੇ ਤੁਸੀਂ ਇੰਟਰੋਡਿਊਸ ਕਰੋ ਵੀਰ ਜੀ ਆਪਣੇ ਆਪ ਨੂੰ ਇੰਟਰੋਡਿਊਸ ਕਰੋ। ਮੈਂ ਐਂਡ ਵਿੱਚ ਇੰਟਰੋਡਿਊਸ ਕਰਾਂਗਾ ਜੀ। ਮੈਨੂੰ ਮੇਰਾ ਹੁਣ ਥਾਟ ਆਫ ਪ੍ਰੋਸੈਸ ਬਣਿਆ, ਲੈਟ ਮੀ ਫਿਨਿਸ਼ ਇਟ ਐਂਡ ਦੈਨ ਓਕੇ। ਇਸ ਤਰ੍ਹਾਂ ਹੈ ਕਿ ਦੇਖੋ, ਪਹਿਲਾਂ ਤੇ ਆਪਣੇ ਪੀੜੀ ਥੱਲੇ ਝਾੜੂ ਮਾਰਨਾ ਚਾਹੀਦਾ। ਭਾਵੇਂ ਅੱਗ ਲੱਗੀ ਹੋਈ ਆ, ਜਦ ਤੱਕ ਤੁਸੀਂ ਉਹਨੂੰ ਠੀਕ ਨਹੀਂ ਕਰੋਗੇ। ਅੱਜ ਵੀ ਪਿੰਡਾਂ ਦੇ ਵਿੱਚ ਜਿਹੜੇ ਲੋ ਕਲਾਸ ਲੋਕ ਨੇ, ਉਹਨਾਂ ਦੇ ਸ਼ਮਸ਼ਾਨ ਘਾਟ ਵੱਖਰੇ ਨੇ ਤੇ ਕਈ ਵਾਰੀ ਗੁਰਦੁਆਰੇ ਵੀ ਵੱਖਰੇ ਨੇ। ਸਾਨੂੰ ਉਹਨਾਂ ਉੱਤੇ ਕੰਮ ਕਰਨਾ ਚਾਹੀਦਾ। ਐਜੂਕੇਸ਼ਨ ਸਭ ਤੋਂ ਇੰਪੋਰਟੈਂਟ ਹੈ। ਜੇ ਅਸੀਂ ਛੋਟੇ ਤਬਕੇ ਨੂੰ ਪੜ੍ਹਾਈ ਦੇ ਦੇਵਾਂਗੇ ਤੇ ਉਹਨਾਂ ਨੂੰ ਰੀਜ਼ਨ ਸੋਚਣ ਦਾ ਦੇ ਦਾਂਗੇ, ਰੈਸ਼ਨਲ ਸੋਚਣਗੇ, ਤੇ ਉਹ ਆਪੇ ਹੀ ਇਹਨਾਂ ਚੀਜ਼ਾਂ ਤੋਂ ਦੂਰ ਹੋ ਜਾਣਗੇ। ਦੇਖ ਲਓ ਅੱਜ ਸਾਰਾ ਯੂਰਪ, ਆਮ ਟਾਕਿੰਗ ਅਬਾਊਟ ਯੂਰਪ, ਅਮਰੀਕਾ ਵਿੱਚ ਅਜੇ ਵੀ ਕੁਝ ਪ੍ਰੋਬਲਮਸ ਨੇ, ਪਰ ਯੂਰਪ ਦੇ ਵਿੱਚ people are leaving Christianity. They are becoming atheist. ਕਈ ਮੁਲਕ ਨੇ ਜਿੱਥੇ 60% atheist ਨੇ, ਜਿੰਨੇ ਵੀ ਸਕੈਂਡੀਨੇਵੀਅਨ ਕੰਟਰੀਜ਼ ਨੇ, ਐਂਡ ਇਵਨ ਜਰਮਨੀ ਜਿਹੜਾ ਕੈਥੋਲਿਕ ਦਾ ਹੱਬ ਹੁੰਦਾ ਸੀ, ਉੱਥੇ ਵੀ ਕ੍ਰਿਸਚੀਅਨਿਟੀ ਡਾਈ ਡਾਊਨ ਹੋ ਰਹੀ ਹੈ। ਸੋ there is definitely flaw in the religion. ਸਾਰਿਆਂ ਰਿਲੀਜਨ 'ਚ ਫਲॉ ਤੇ ਹੈਗੇ ਹੀ ਨੇ, ਪਰ there is a big flaw। ਤੇ ਇਸ ਕਰਕੇ ਇਹ ਸਾਰਾ ਕੁਝ ਐਜੂਕੇਸ਼ਨ ਦੀ ਲੋੜ ਹੈ। ਸਾਡੇ ਹੁਣ ਉੱਥੇ ਤੁਸੀਂ ਦੇਖਦੇ ਹੋ, ਇੰਨੇ ਸਫਿਸਟੀਕੇਟਡ ਮਿਊਜ਼ੀਸ਼ੀਅਨ ਹੁੰਦੇ ਨੇ, ਉਹ ਸਟੇਜ ਦੇ ਉੱਤੇ ਤੁਹਾਨੂੰ ਇੰਝ ਚੀਜ਼ਾਂ ਦਿਖਾ ਦਿੰਦੇ ਨੇ ਜਿਸ ਤਰ੍ਹਾਂ ਅਮਰੀਕਨ ਨਾਲੋਂ ਵੀ ਵੱਧ ਹੁੰਦੀਆਂ ਨੇ, ਬਟ ਦੇ ਆਰ ਬੇਸਿਕਲੀ ਮੈਜਿਕ। ਸਿਮਿਲਰਲੀ these things are happening there in India, ਜਿੱਥੇ ਤੁਸੀਂ ਕਹਿੰਦੇ ਹੋ ਕਿ ਰਸੂਲ ਬਣਿਆ ਹੋਇਆ ਕੋਈ, ਤੇ ਕੋਈ ਕੁਝ ਬਣਿਆ ਹੋਇਆ। ਬੇਸਿਕਲੀ ਇਟ ਇਜ਼ ਐਜੂਕੇਸ਼ਨ। ਜੇ ਉਹਨਾਂ ਦੇ ਵਿੱਚੋਂ ਆ ਜਾਏਗੀ ਤੇ ਬੜਾ ਹੀ ਚੀਜ਼ਾਂ। ਔਰ ਜਿਹੜੀ ਇੱਕ ਗੱਲ, ਜੇ ਫੰਡਸ ਦੀ ਗੱਲ ਹੈ ਨਾ, ਤੁਹਾਡੇ ਕੋਲ ਫੰਡਸ ਨਹੀਂ ਹੈਗੇ, ਭਾਵੇਂ SGPC ਜਾਂ ਦਿੱਲੀ ਪ੍ਰਬੰਧਕ ਕਮੇਟੀ ਕੋਲ ਬਹੁਤ ਪੈਸਾ ਹੈ, ਬਟ ਇਟ ਇਜ਼ ਨਾਟ ਇਨਫ ਟੂ ਮੀਟ ਜਿਹੜਾ ਵੈਸਟਰਨ ਮਿਸ਼ਨਰੀ ਦਾ ਪੈਸਾ, ਉਹਦੇ ਤੁਹਾਡਾ ਕੋਈ ਮੁਕਾਬਲਾ ਨਹੀਂ ਹੈ ਉਹਦੇ ਉੱਤੇ। ਤੇ ਬੇਸਿਕ ਆਪਣੇ ਆਪ ਨੂੰ ਠੀਕ ਕਰੀਏ ਤੇ ਆਪਣੇ ਬੰਦਿਆਂ ਨੂੰ ਠੀਕ ਕਰੀਏ, ਮੇਰੀ ਇਹੀ ਸੁਜੈਸ਼ਨ ਹੈ। ਤੇ ਮੇਰਾ ਨਾਮ ਬਲਜੀਤ ਸਿੰਘ ਹੈ ਜੀ, ਮੈਂ ਅਮਰੀਕਾ 'ਚ ਰਹਿੰਦਾ ਵਾਂ, ਹਿਊਸਟਨ ਦੇ ਵਿੱਚ। ਬਹੁਤ ਧੰਨਵਾਦ ਜੀ। ਰਿਟਾਇਰਡ ਇੰਜੀਨੀਅਰ ਹਾਂ। ਹਾਂਜੀ, ਬਹੁਤ ਯੂ ਆਰ ਇੰਜੀਨੀਅਰ ਬੇਸਡ ਕਮੈਂਟਸ ਤੁਹਾਡੇ, ਦੇ ਆਰ ਵੈਰੀ ਮਚ ਐਪਰੀਸ਼ੀਏਟਡ। ਮੈਂ ਬੇਨਤੀ ਕਰਾਂਗਾ ਕਿ ਸਰ ਹਰਦੇਵ ਸਿੰਘ ਜੀ ਨੂੰ ਉਹ ਅਨਮਿਊਟ ਕਰਕੇ ਆਪਣੇ ਵਿਚਾਰ ਕਰਨ ਜੀ, ਵਿਚਾਰ ਦੱਸਣ। ਉਹਨਾਂ ਤੋਂ ਬਾਅਦ ਸਰ ਹਰਵਿੰਦਰ ਸਿੰਘ ਜੀ। ਨਹੀਂ, ਮੇਰਾ ਸਵਾਲ ਹੁਣ ਖਤਮ ਹੋ ਗਿਆ ਤਕਰੀਬਨ। ਵੀਰ ਜੀ ਨੇ ਕਾਫੀ ਕੁਝ ਸਹੀ ਗੱਲਾਂ ਦੱਸ ਦਿੱਤੀਆਂ ਨੇ ਕਿ ਜਿੱਥੇ ਵਿਲ ਨਹੀਂ ਹੈ ਸਾਡੇ ਕੋਲ ਨਾ, ਅੱਜ ਦੀ ਡੇਟ 'ਚ ਪੋਲੀਟੀਕਲ ਵਿਲ ਜਿਹੜੀ ਖਾਸ ਤੌਰ ਤੇ ਜਿਹੜਾ ਸਾਡੇ ਕੋਲ ਬਣੀ ਹੋਈ ਹੈ। ਜਿਸ ਤਰ੍ਹਾਂ ਹੁਣ ਵੀਰ ਜੀ ਗੱਲ ਕਰ ਰਹੇ ਸਨ ਕਿ ਫੰਡਿੰਗ ਜਿਹੜੀ ਹੈ, ਪਹਿਲੇ ਵੀਰ ਜੀ ਨੇ ਕਿਹਾ ਫੰਡਿੰਗ ਨਹੀਂ ਹੈਗੀ, ਵੀਰ ਜੀ ਨੇ ਕਿਹਾ ਫੰਡਿੰਗ ਉਹਨਾਂ ਦੀ ਤੇ ਸਾਡੀ ਬਹੁਤ ਡਿਫਰੈਂਟ ਹੈ। ਜੇ ਸਾਡੇ ਕੋਲ ਜਿੰਨੀ ਵੀ ਫੰਡਿੰਗ ਹੈ ਉਹ ਬੇਕਾਰ ਚਲੀ ਜਾਂਦੀ ਹੈ, ਪਲੱਸ ਮਾਈਨਸ ਹੋ ਕੇ ਜ਼ੀਰੋ ਹੋ ਜਾਂਦੀ ਹੈ। ਉਹੀ ਸਾਡੇ ਕੋਲ ਜਦ ਤੱਕ ਵਿਲ ਨਹੀਂ ਹੈਗੀ ਨਾ ਪ੍ਰਚਾਰਕ ਦੀ, ਸਿਸਟਮ ਦੀ, ਕਿਉਂਕਿ ਹੁਣ ਸਾਡੇ ਕੋਲ ਕਿੰਨੇ ਡਿਵੀਜ਼ਨ ਨੇ। ਅੱਜ ਵੀ ਕੋਈ ਇੱਥੋਂ ਨਿਊਜ਼ 'ਚ ਆ ਰਿਹਾ ਸੀਗਾ ਕਿ ਜਿੰਨੇ ਸਾਡੇ ਪਿੰਡ ਨੇ ਉਸ ਦੇ ਵਿੱਚ ਤੋਂ ਪੰਜਾਬ ਦੇ ਜਿੰਨੇ ਪਿੰਡ ਨੇ ਉਸ ਤੋਂ ਜ਼ਿਆਦਾ, ਮਤਲਬ ਕਈ ਗੁਣਾ, ਯਾਨੀ ਕਿ 3 ਟਾਈਪਸ ਜਿਹੜੇ ਸ਼ਮਸ਼ਾਨ ਘਾਟ ਨੇ। ਇੱਕ ਪਿੰਡ 'ਚ 3 ਸ਼ਮਸ਼ਾਨ ਘਾਟ ਨੇ। ਇਹ ਪਾਰਸ਼ੈਲਿਟੀ ਗੁਰਦੁਆਰੇ 'ਚ ਲੋਕਾਂ ਨੂੰ ਨਾ ਪੜ੍ਹਨ ਦੇਣਾ, ਨਾ ਬੈਠਣ ਦੇਣਾ। ਅਲੱਗ-ਅਲੱਗ ਗੁਰਦੁਆਰੇ, ਕਿ ਪਿੰਡ ਦੇ ਵਿੱਚ 5-5 6-6 ਗੁਰਦੁਆਰੇ ਨੇ। ਬਾਕੀ ਇਹ ਜਿਹੜੀ ਸਿਸਟਮ, ਜਦ ਤੱਕ ਗੁਰੂ ਦੀ ਗੱਲ ਸੁਣਨ ਨੂੰ ਅਸੀਂ ਆਪ ਤਿਆਰ ਨਹੀਂ ਹੈ, ਅੱਗੇ ਕਿਸੇ ਨੂੰ ਕੀ ਸੁਣਾਵਾਂਗੇ। ਤੇ ਇਹ ਸਾਰੀਆਂ ਗੱਲਾਂ, ਕਿਉਂਕਿ ਸਾਡੇ, ਮੈਨੂੰ ਯਾਦ ਹੈ 84 ਤੋਂ ਪਹਿਲੇ ਸਿੱਖ ਮਿਸ਼ਨਰੀ ਕਾਲਜ ਨੇ ਜੋ ਤਹੀਆ ਕੀਤਾ ਸੀ ਕਿ ਸਾਰੇ ਸਿੰਘਾਂ ਨੂੰ ਵੋਲੰਟਰੀ ਇੱਕ ਮਹੀਨੇ ਦੀ ਛੁੱਟੀ ਦੇ ਕੇ ਹਰ ਪਿੰਡ ਵਿੱਚ ਭੇਜਣਾ ਤੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਨਾ। ਜਦ ਤੱਕ ਉਹੋ ਜਿਹਾ ਕੋਈ ਮੂਵਮੈਂਟ ਨਹੀਂ ਹੁੰਦਾ, ਸਾਰੇ ਮਿਸ਼ਨਰੀ ਜਾਂ ਮਿਲ ਕੇ ਸਾਰੇ ਇਹੋ ਜਿਹਾ ਕੰਮ ਨਹੀਂ ਕਰਦੇ, ਤਦ ਤੱਕ ਇਹ ਕੰਮ ਮੁਮਕਿਨ ਨਹੀਂ ਹੈ। ਇਹ ਸਾਰੇ ਮਿਲ ਕੇ ਅਗਰ ਇਹ ਕੰਮ ਕਰ ਸਕਣ ਤਾਂ ਹੀ ਇਹ ਮੁਮਕਿਨ ਹੋ ਸਕਦਾ। ਧੰਨਵਾਦ। ਧੰਨਵਾਦ ਹਰਦੇਵ ਸਿੰਘ ਜੀ। ਸਰ ਹਰਵਿੰਦਰ ਸਿੰਘ ਜੀ, ਪਲੀਜ਼ ਅਨਮਿਊਟ yourself। वीर जी वाहिगुरू खालसा वाहिगुरू जी की फतेह। वीर जी हरदेव वीर जी ने बहुत अच्छा, हरदेव सिंह वीर जी ने बहुत अच्छा सजेशन दिता है, सारिਆਂ ने दिता है।
ਪਰ ਬਾਰ-ਬਾਰ ਇਹ ਗੱਲ ਆਉਂਦੀ ਹੈ ਕਿ ਜਦ ਕੋਈ ਬੋਟ ਡੁੱਬ ਰਹੀ ਹੁੰਦੀ ਹੈ ਤੇ ਉਹਨੂੰ ਪਲੱਗ ਕਰਕੇ ਇਮੀਡੀਏਟਲੀ ਰੈਸਕਿਊ ਕਰਨ ਦੀ ਬੰਦਾ ਕੋਸ਼ਿਸ਼ ਕਰਦਾ ਹੈ। ਤੇ ਇਹਦਾ ਸਿਰਫ ਇੱਕ ਅਗਰ ਕੋਈ ਇਮੀਡੀਏਟ ਸੋਲੂਸ਼ਨ ਹੈ ਤੇ ਉਹ ਪੋਲੀਟੀਕਲੀ ਹੈ, ਜੋ ਬਾਕੀ ਸਟੇਟਸ ਨੇ ਕੀਤਾ ਹੋਇਆ ਹੈ ਕਿ ਅਗਰ ਸਿੱਖ ਇਕੱਠੇ ਹੋ ਕੇ ਇੱਕ ਮੁਹਿੰਮ ਚਲਾਉਣ ਤੇ ਜਿੰਨੀ ਵਰਲਡ ਆਰਗੇਨਾਈਜੇਸ਼ਨਸ ਹੈਗੀਆਂ ਨੇ ਉਹ ਸਾਰੇ ਮਿਲ ਜਾਣ। ਇਜ਼ ਇਟ ਪੋਸੀਬਲ ਵੀਰ ਜੀ? ਮੈਂ ਤੁਹਾਨੂੰ ਪੁੱਛ ਰਿਹਾ, ਤੁਸੀਂ ਇੰਡੀਆ ਰਹਿੰਦੇ ਹੋ, ਤੁਸੀਂ ਦੱਸੋ ਕਿ ਇਹਨਾਂ ਸਾਰੇ ਸੁਜੈਸ਼ਨਸ ਵਿੱਚ ਤੁਹਾਨੂੰ which is the immediate solution you see, and then of course everything everybody suggested ਉਹ ਸਾਰੇ apply ਕਰਨੇ ਪੈਣਗੇ। ਉਹ ਸਾਰੀ ਚੀਜ਼ to maintain it, first you have to give a shot to reduce the temperature, you have to give Tylenol if you have fever, but then you have to prevent the disease। ਜਦ disease ਤੁਸੀਂ ਹੋ ਗਈ ਹੈ ਤੇ ਉਹਨੂੰ prevent ਨਹੀਂ ਕਰ ਸਕਦੇ ਤੁਸੀਂ, ਜਦ ਹੋ ਗਈ ਹੈ ਤਾਂ ਉਹਦਾ ਟ੍ਰੀਟਮੈਂਟ ਲੱਭਣਾ ਪੈਣਾ ਹੈ। the treatment is that we have to find a political solution, ਜਿਸ ਤਰ੍ਹਾਂ ਬਾਕੀ ਸਟੇਟ ਨੇ ਕੀਤਾ ਹੈ। Do we have an opinion? I don't live in India ਤੇ ਮੈਨੂੰ ਨਹੀਂ ਪਤਾ ਕਿ ਇਹ ਜੋ ਕਰੰਟ ਗਵਰਨਮੈਂਟ ਹੈ ਇਹਦੇ ਵਿੱਚ ਸਿੱਖ ਮਿਸ਼ਨਰੀ ਕਾਲਜ ਤੇ ਸਾਰੀ ਜੋ ਸਿੱਖ ਪੋਪੂਲੇਸ਼ਨ ਹੈ ਇੰਡੀਆ ਦੀ, ਦਿੱਲੀ ਦੀ, ਪੰਜਾਬ ਦੀ, ਕਿੰਨਾ ਇਨਫਲੂਐਂਸ ਹੈ ਲੋਕਾਂ ਦਾ ਕਿ ਉਹਨਾਂ ਨੂੰ ਪ੍ਰੈਸ਼ਰ ਕਰਕੇ ਇਹ ਕਾਨੂੰਨ ਪਾਸ ਕੀਤਾ ਜਾ ਸਕਦਾ ਹੈ। ਠੀਕ ਹੈ ਵੀਰ ਜੀ, I want your thoughts ਵੀਰ ਜੀ। ਮੈਂ ਤੁਹਾਡੀ ਗੱਲ ਠੀਕ ਸਮਝ ਰਿਹਾ। ਮੈਂ ਕਹਿੰਦਾ ਕਿ ਟੂ ਬਿਗਨ ਵਿਦ ਜਿਹੜੀਆਂ ਵੀ ਸਾਡੀਆਂ ਵਰਲਡ ਆਰਗੇਨਾਈਜੇਸ਼ਨਸ ਹੈਗੀਆਂ ਇੰਡੀਆ ਜਾਂ ਬਾਹਰ ਹੈਗੀਆਂ, we should pass a resolution at our end and send it to SGPC to pass a resolution in the SGPC house that a law should be made by the Punjab government to ban any conversion in this state. I think that is the first point. Conversion जिस तरह ਵੀਰ ਜੀ ਨੇ ਕਿਹਾ ਨਾ ਕਿ it's a human right, conversion ਤੇ ਤੁਸੀਂ ਬੈਨ ਨਹੀਂ ਕਰ ਸਕਦੇ। ਨਹੀਂ, it has been banned it has been banned in other states as illegally done, that the method is very illegal ਵੀਰ ਜੀ। ਨਹੀਂ ਉਹਨਾਂ ਨੇ law they are using is illegal। नहीं, whatever it is, but they have passed a law in Haryana, Himachal Pradesh and Gujarat and other states where they have said that no conversion will take place by coercion, by methods of coercion. So that if SGPC is pressurized, then they can put pressure on the state government to pass our point is that the conversion should stop. If a law is enacted in other states, sorry, suppose चिट्ठी चली गई, what are the chances कि SGPC will pay any attention to it, like they have not paid attention to everything we have written in past? No, they just have acknowledge already, the receipt of the letter. Please listen to me. They have already started a campaign to counter this. So if any suggestion comes from the world bodies, they will certainly like to. That is the easiest thing they will have to do, to pass a resolution and send it to state government. Then other organization, local Indian, can also follow suit in the same way. The third thing is that if the fire is put out right now by passing a law against conversion, then the second point is that they may find some other way. So our suggestion, what 10 points I have suggested, is to see that our weaker sections are empowered. They are given some medical tips so that they don't fall into the trap of faith healing. You are right, so, we have to get our act together simultaneously. Yeah. We have to get our act together. Yeah. So now the last speaker to give session is Dr. Surinder Singh ji. Dr. Surinder, thank you, Dr. Surinder Singh ji. Dr. Surinder Singh ji, please come out and give your session. Please unmute yourself. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਇੱਕ ਤਾਂ ਪਹਿਲਾਂ ਪੁਆਇੰਟ ਦੱਸਿਆ ਕਿ 12,000 ਪਿੰਡਾਂ ਦੇ ਵਿੱਚ ਚਰਚ ਕਿੰਨੇ ਨੇ, 800 ਦੱਸਿਆ ਕਿ 8,000 ਦੱਸਿਆ? 8,000। ਤੇ ਸਾਡੇ ਗੁਰਦੁਆਰੇ ਕਿੰਨੇ ਨੇ ਪਿੰਡ ਉਹਨਾਂ 12,000 ਪਿੰਡ? ਸਾਡੇ ਜਿਹੜੇ ਗੁਰਦੁਆਰੇ ਨੇ ਜੋ ਕਾਸਟ ਬੇਸਡ ਨੇ, ਸਾਡਾ ਕੋਈ ਪ੍ਰਚਾਰ ਨਾਲ ਤਾਲੁਕ ਨਹੀਂ ਹੁੰਦਾ ਹੈਗਾ। ਅੱਛਾ, ਦੂਸਰੀ ਅਸੀਂ ਗੱਲ ਇਹ ਕਰਦੇ ਪਏ ਹਾਂ ਕਿ ਅਸੀਂ ਇੱਥੇ ਅਮਰੀਕਾ 'ਚ ਬੈਠੇ, ਕੈਨੇਡਾ 'ਚ ਬੈਠੇ, ਇੰਗਲੈਂਡ 'ਚ ਬੈਠੇ ਜਾਂ ਤੁਸੀਂ ਦਿੱਲੀ 'ਚ ਬੈਠੇ ਇਹ ਪ੍ਰੋਬਲਮ ਨੂੰ ਰੀਅਲਾਈਜ਼ ਕਰ ਰਹੇ ਜੇ, ਤੇ ਪੰਜਾਬ ਦੇ ਵਿੱਚ ਜਿਹੜੇ ਸਾਡੀਆਂ ਆਰਗੇਨਾਈਜੇਸ਼ਨ ਬੈਠੀਆਂ ਨੇ, ਡੂ ਦੇ ਰੀਅਲਾਈਜ਼ ਦਿਸ ਪ੍ਰੋਬਲਮ ਤੇ ਪ੍ਰੋਬਲਮ ਹੈਗੀ ਹੈ? ਤੀਸਰਾ ਪੁਆਇੰਟ ਮੇਰਾ ਇਹ ਹੈ ਕਿ ਜਦੋਂ ਕਈ ਵਾਰੀ ਐਸਾ ਹੁੰਦਾ ਕਿ ਘਰ ਨੂੰ ਅੱਗ ਲੱਗ ਜਾਏ ਨਾ
ਤੇ ਬੰਦਾ ਉਸ ਵੇਲੇ ਸੋਚਦਾ ਵੀ ਹੁਣੇ ਬੁਝਾਉਣ ਦੇ ਕਾਬਿਲ ਨਹੀਂ ਹੈ, ਬੁਝਾ ਕੇ ਇਹਦੇ ਚੋਂ ਕੁਝ ਨਹੀਂ ਮਿਲਣਾ, ਨਵਾਂ ਘਰ ਬਣਾਉਣਾ ਪਏਗਾ। ਸੋ ਡੂ ਵੀ ਹੈਵ ਰੀਚਡ ਐਟ ਦੈਟ ਸਟੇਜ ਕਿ ਇਹ ਜਿਹੜੀ ਇੰਨੀ ਹੁਣ ਅੱਗ ਉੱਥੇ ਲੱਗ ਚੁੱਕੀ ਹੈ, ਇਹਨੂੰ ਬੁਝਾਉਣਾ ਬਹੁਤ ਔਖਾ ਹੈ, ਤੇ ਕੋਈ ਨਵੀਂ ਸਟ੍ਰੈਟਜੀ ਬਣਾਈਏ ਅਸੀਂ? नहीं, ऐसी गल नहीं डॉक्टर साहब। The situation is at least very alarming, but it is not beyond solution. ਜਿਹੜੇ ਕੁਝ ਸਾਡੇ ਜਿਹੜੇ ਗਰੀਬ ਵੀਕਰ ਸੈਕਸ਼ਨਸ ਨੇ ਉਹਨਾਂ ਨੂੰ ਜਿਹੜਾ ਹੈ ਉਹ ਕਨਵਰਟ ਕਰ ਰਹੇ ਨੇ। ਇਸ ਕਰਕੇ ਜਿਵੇਂ ਐਸਜੀਪੀਸੀ ਨੇ ਘਰ ਘਰ ਅੰਦਰ ਧਰਮਸ਼ਾਲ ਵਾਲੀ ਸਕੀਮ ਚਲਾਈ ਹੈ, ਤਾਂ ਇਸ ਤਰ੍ਹਾਂ ਦੀ ਜਿਵੇਂ ਮੈਂ ਸੁਜੈਸ਼ਨ ਦਿੱਤੇ ਨੇ, ਅਗਰ ਹੋਰ ਜਿਹੜੀ ਪ੍ਰਚਾਰਕ ਆਰਗੇਨਾਈਜੇਸ਼ਨਸ ਨੇ ਉਹ ਵੀ ਇਸ ਤਰ੍ਹਾਂ ਕਰਨ ਤੇ ਆਈ ਥਿੰਕ ਵੀ ਕੈਨ ਹੈਵ ਗੁੱਡ ਰਿਜ਼ਲਟਸ। ਵੀਰ ਜੀ, ਇਹ ਗਰੀਬ ਸੈਸ਼ਨ ਜਿਹੜਾ ਤੁਸੀਂ ਦੱਸਿਆ ਕਿ ਗਰੀਬ ਸੈਸ਼ਨ ਹੈ ਸਾਡਾ ਸੁਸਾਇਟੀ ਦਾ, ਉਹ ਕ੍ਰਿਸਚੀਅਨਿਟੀ ਵੱਲ ਜਾ ਰਿਹਾ ਹੈ, ਤੇ ਜਿਹੜੇ ਸਾਡੇ ਅਮੀਰ ਸੈਕਸ਼ਨ ਹੈਗਾ, ਜਿਹੜੇ ਸਰਦੇ ਪੁੱਜਦੇ ਨੇ, ਉਹ ਸਿੱਖ ਰਿਲੀਜਨ ਦੇ ਵਿੱਚੋਂ ਰਾਧਾ ਸਵਾਮੀਆਂ 'ਚ ਕਿਉਂ ਜਾ ਰਹੇ ਨੇ, ਉਹ ਨਿਰੰਕਾਰੀਆਂ 'ਚ ਕਿਉਂ ਜਾ ਰਹੇ ਨੇ, ਉਹ ਬਾਕੀ ਆਪਣਾ ਸਾਇੰਸ ਆਫ ਸਪਿਰਿਚੁਅਲਿਟੀ ਆ ਉਹਦੇ ਵਿੱਚ ਜਾ ਰਹੇ ਨੇ, ਉਹ ਚੰਗੇ ਭਲੇ ਸਰਦੇ ਪੁੱਜਦੇ ਘਰਾਂ ਦੇ ਸਿੱਖ ਹੈਗੇ ਨੇ ਜਿਹੜੇ ਉਧਰ ਕਨਵਰਟ ਹੋ ਰਹੇ ਨੇ, ਉਹ ਕਿਉਂ ਕਨਵਰਟ ਹੋ ਰਹੇ ਨੇ? ਕਿਉਂਕਿ ਸਾਡੇ ਬਹੁਤ ਘੱਟ ਹੈ। ਹਰ ਇੱਕ ਜਿਹੜੀ ਚੀਜ਼ ਹੈ ਨਾ ਜੀ, ਉਹਦਾ ਅਲੱਗ ਇਵੈਲੂਏਸ਼ਨ ਹੈ, ਐਨਾਲਿਸਿਸ ਹੈ। ਇਹ ਗਰੀਬਾਂ ਦੀ ਜਿਹੜੀ ਜਿਹਨੂੰ ਈਸਾਈ ਟੈਕਲ ਕਰ ਰਹੇ ਨੇ, ਔਰ ਕਾਫੀ ਸਟੇਟ ਦੇ ਅੰਦਰ ਪਹਿਲਾਂ ਵੀ ਉਹਨਾਂ ਨੇ ਨਾਗਾਲੈਂਡ ਨੂੰ ਵੀ ਇਸ ਤਰ੍ਹਾਂ ਕਨਵਰਟ ਕੀਤਾ ਸੀਗਾ। ਸਾਡੇ ਜਿਹੜੇ ਲੋਕ ਨੇ ਉਹ ਜ਼ਿਆਦਾ ਬਿਮਾਰੀਆਂ ਤੋਂ ਡਰਦੇ ਨੇ, ਔਰ ਉਹਨਾਂ ਅੰਦਰ ਜਿਹੜੀ ਮੈਡੀਕਲ ਹੈ ਉਹ ਇੰਨੀ ਅੱਛੀ ਨਹੀਂ ਹੈ ਇੰਡੀਆ ਦੇ ਅੰਦਰ ਕਿ ਉਹਨਾਂ ਨੂੰ ਕੋਈ ਆਰਾਮ ਦੇ ਨਾਲ ਦਵਾਈ ਵਗੈਰਾ ਮਿਲ ਜਾਏ। ਤੇ ਇਹ ਉਸ ਚੀਜ਼ ਦਾ ਫਾਇਦਾ ਉਠਾ ਕਰਕੇ ਉਹਨਾਂ ਨੂੰ ਬਜਾਏ ਕਿ ਕਿਸੇ ਉਹਨਾਂ ਨੂੰ ਹੈਲਪ ਕਰਨ ਦੇ, ਉਹ ਉਹਨਾਂ ਨੂੰ ਇਸ ਜਿਹੜੀ ਹੈਲਪ ਹੈਗੀ, ਏਡ ਹੈਗੀ ਆ, ਉਹਨੂੰ ਕਨਵਰਜਨ ਵਾਸਤੇ ਇਸਤੇਮਾਲ ਕਰੇ। ਬਾਕੀ ਤੁਹਾਡੇ ਵਿਊਜ਼ ਜਿਹੜੇ ਨੇ ਐਫਲੂਐਂਟ ਸੁਸਾਇਟੀ ਬਾਰੇ ਉਹ ਠੀਕ ਨੇ, ਦੇ ਨੀਡ ਅ ਸੈਪਰੇਟ discussion. I now thank everyone for their contribution in giving their suggestions. मैं बेनती करांगा क्लास ਨੂੰ ਸਮਾਪਤੀ ਕਰਨ ਵਾਲੇ ਪਾਸੇ ਲੈ ਜਾਈਏ।